तिग बहादुर सिमरिया कर नाम लित आवे थाए, सब थाए होए सहाय, सब थाए होए सहाय, सब थाए होए सहाय। रतन प्रभाते सिमर के गुरु नानक लई त्याय, फिर अंगद गुर ते अमरदास रामदास होए सहाय। अर्जन हर गोबिंद नो सिमरो श्री हर राय, श्री हर कृष्ण ते आए, जिस डिठे सब दुख जाए। तेग बहादुर सिमरिया कर नाम लित आवे थाए, सब थाए होए सहाय, सब थाए होए सहाय, सब थाए होए सहाय, सब थाए होए सहाय। वाहिगुरु जी बड़ा तेरा दरबार, सच्चा तुद तख्त, सिरशाह पातशाह ने चल चौर छत। ਵੱਡੇ ਵੱਡਾ ਪਰ ਤੇਰਾ ਮਰਤਬਾ, ਰੰਗ ਪਰੰਗ ਨੇ ਕੰਜਪਨ ਕਰਤਬਾ। ਜੀਆਂ ਅੰਦਰ ਜੀ ਸਭ ਜਾਣ ਲਾ, ਸਭ ਤੇਰੇ ਵਸ ਤੇਰਾ ਕਰ ਭਲਾ। ਤੇਰੇ ਕਰੇ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇ ਜੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸ ਨੂੰ ਦਾਤ ਆਗੇ ਬਿਨਵਤਾ। ਤੇਰਾ ਨਾਮ ਸਤ ਹੈ ਵਾਹਿਗੁਰੂ ਜੀ। ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਪਨ ਕਰਤਬਾ। ਜੀਆ ਅੰਦਰ ਜੀਓ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਵਸ ਤੇਰਾ ਘਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਤ ਆਗੇ ਬਿਨਵਤਾ ਸਲੋ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਲੇ ਲਾਮ ਤੇ ਆਇਆ ਗਏ ਮਸਕਤ ਘਾਰ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਰ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਾਦ ਬੰਦਨ ਪਾਦ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਿਮਰ ਨਾਮ ਸਭ ਕਾਮ ਹੋਏ ਪੁੰਨ ਨਾ ਜਾਏ ਜਮ ਧਾਮ। अपन स्वरूप अनूप को जान लेते अभिराम। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मानयोग सत्कारयोग गुरु की साजी और नवाजी हुई गुरु खालसा साध संगत जीओ धनता दे पात्र हो। जगत गुरु श्री गुरु ग्रंथ साहिब जी महाराज जी दी पाक पवित्र पावन हजूरी च सतगुरु नौवें पातशाह दे पावन पवित्र सचखंड दरबार अंदर हाजरियां भर के पहले पातशाह धन गुरु नानक देव साहब जी का पावन इतिहास बहुत ही अदब सत्कार शरदा सहित निता प्रति गुरु चरणों च जुड़ के आप जी सरवण कर रहे हो। सब ते उत्तम हर की कथा नाम सुनत दर्द दुख लथा। ये सतगुरां दी कल्याणकारी उत्तम कथा है। जगत गुरु गरीब नवाज धन गुरु नानक साहब जी महाराज जी ने सैयद जलाल सानी नूं
ਗੁਰਮੁਖ ਪਦ ਦੇ ਅਰਥ ਸਮਝਾਏ ਹਨ ਕਿ ਗੁਰਮੁਖ ਦੀ ਅਵਸਥਾ ਕੀ ਹੈ। ਗੁਰਮੁਖ ਉਹ ਹੈ ਜਿਹੜਾ ਭਾਣੇ 'ਚ ਚੱਲਦਾ, ਰਜਾ ਵਿੱਚ ਚੱਲਦਾ। ਗੁਰਮੁਖ ਹੋਏ ਸੋ ਭਾਣਾ ਮੰਨੈ। ਗੁਰਮੁਖ ਉਹ ਹੈ ਜਿਹੜਾ ਭਾਣਾ ਅਕਾਲ ਪੁਰਖ ਦਾ ਹੁਕਮ ਸਤ ਕਰਕੇ, ਮਿੱਠਾ ਕਰਕੇ ਮੰਨੇ। ਗੁਰਮੁਖ ਉਹ ਹੈ ਜਿਹੜਾ ਰੱਬੀ ਰਜਾ ਵਿੱਚ ਰਾਜੀ ਰਵੇ। ਗੁਰਮੁਖ ਉਹ ਹੈ ਜਿਹੜਾ ਕਦੇ ਉਸ ਨਿਰੰਕਾਰ ਅਕਾਲ ਪੁਰਖ ਦੀ ਕੀਤੀ ਵਿੱਚ ਇਤਰਾਜ਼ ਨਾ ਕਰੇ ਕਿ ਹੇ ਖੁਦਾ ਤੂੰ ਇੰਜ ਨਹੀਂ ਇੰਜ ਕਰਨਾ ਸੀ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਇਹ ਗੁਰਮੁਖ ਦੀ ਅਵਸਥਾ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗਾ। ਇਹ ਗੁਰਮੁਖ ਦੀ ਅਵਸਥਾ ਹੈ। ਸੈਯਦ ਜਲਾਲ ਸਾਨੀ ਨੂੰ ਕਿਰਤਾਰਥ ਕਰਕੇ, ਦਾ ਭਲਾ ਕਰਕੇ, ਕਲਿਆਣ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਵਾਂ ਦੇ ਉਦਾਹਰਨੇ ਨਮਿਤ ਅੱਗੇ ਵਧੇ ਹਨ। ਮਨ ਬਿਰਤੀਆਂ ਇਕਾਗਰ ਕਰੀਏ। ਜਿਵੇਂ ਸਤਿਗੁਰੂ ਜੀ ਸ਼ੇਖ ਇਬਰਾਹੀਮ ਫਰੀਦ ਸਾਨੀ, ਭਗਤ ਫਰੀਦ ਜੀ ਦੀ ਗੱਦੀ ਦੇ ਉੱਤੇ ਮਹਾਂਪੁਰਸ਼ ਬਿਰਾਜਮਾਨ ਸਨ। ਸ਼ੇਖ ਇਬਰਾਹੀਮ ਫਰੀਦ ਸਾਨੀ ਇਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਇਹਨਾਂ ਨਾਲ ਵਾਰਤਾ ਹੋ ਰਹੀ ਹੈ, ਚਰਚਾ ਹੋ ਰਹੀ ਹੈ। ਇਹ ਗਿਆਨ ਚਰਚਾ ਹੈ, ਇਹ ਭਗਤੀ ਚਰਚਾ ਹੈ, ਇਹ ਹਰੀ ਚਰਚਾ ਹੈ, ਜਿਹਦੇ ਕਰਨ ਤੇ ਸੁਣਨ ਨਾਲ ਜੀਵ ਦਾ ਭਲਾ ਹੁੰਦਾ ਹੈ। ਸਾਰ ਅਸਾਰ ਦਾ ਪਤਾ ਲੱਗਦਾ, ਸੱਚ ਕੀ ਹੈ, ਝੂਠ ਕੀ ਹੈ, ਇਹਦਾ ਨਿਰਣਾ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿਮਰ ਨਾਮ ਸਭ ਕਾਮ ਵੈ, ਪੁੰਨ ਨ ਜਾਏ ਜਮ ਧਾਮ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਸਿਮਰ ਕੇ ਸਾਰੇ ਕੰਮ ਪੂਰਨ ਹੋ ਜਾਂਦੇ ਨੇ। ਮਹਾਂ ਕਵੀ ਜੀ ਅਧਿਆਏ ਆਰੰਭ ਕਰ ਰਹੇ ਨੇ 33 ਮਾਹ, ਇਸ ਕਰਕੇ ਮੰਗਲਾਚਰਨ ਕਰਦੇ ਨੇ, ਨਾਮ ਦਾ ਮਹਾਤਮ ਦੱਸਦੇ ਨੇ। ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਿਮਰ ਕੇ ਸਾਰੇ ਕੰਮ ਪੂਰਨ ਹੁੰਦੇ ਨੇ। ਔਰ ਨਾਮ ਦਾ ਇਹ ਪ੍ਰਤਾਪ ਹੈ, ਨਾਮ ਦਾ ਇਹ ਮਹਾਤਮ ਹੈ। ਜਿਹੜਾ ਨਾਮ ਸਿਮਰਦਾ ਹੈ ਉਹ ਜੰਮਾਂ ਦੇ ਧਾਮ ਨੂੰ ਨਹੀਂ ਜਾਂਦਾ, ਉਹ ਜਮਪੁਰੀ ਨੂੰ ਨਹੀਂ ਜਾਂਦਾ। ਆਪਨ ਸਰੂਪ ਅਨੂਪ ਕੋ ਜਾਨ ਲੇਤੇ ਅਭਿਰਾਮ। ਨਾਮ ਦੀ ਇਹ ਮਹਿਮਾ ਹੈ, ਨਾਮ ਦਾ ਇਹ ਮਹਾਤਮ ਹੈ, ਨਾਮ ਦਾ ਇਹ ਪ੍ਰਤਾਪ ਹੈ ਕਿ ਨਾਮ ਜਪ ਕੇ ਆਪਣੇ ਸਵਰੂਪ ਦਾ ਗਿਆਨ ਹੋ ਜਾਂਦਾ ਹੈ ਕਿ ਮੇਰਾ ਸਵਰੂਪ ਕੀ ਹੈ। ਜਿਹਦੀ ਉਪਮਾ ਹੀ ਨਹੀਂ ਕੀਤੀ ਜਾ ਸਕਦੀ, ਐਸੇ ਸਵਰੂਪ ਦਾ ਬੋਧ ਹੋ ਜਾਂਦਾ ਹੈ। ਨਿਜ ਸਵਰੂਪ ਦਾ ਗਿਆਨ ਪ੍ਰਾਪਤ ਹੋ ਜਾਂਦਾ ਨਾਮ ਦਾ ਅਭਿਆਸ ਕੀਤਿਆਂ। ਇਹ ਨਾਮ ਦੀ ਵਡਿਆਈ ਹੈ। ਚੌਪਈ ਸ਼੍ਰੀ ਅੰਗਦ ਸੁਨੀਏ ਇਤਿਹਾਸਾ। ਇਹ ਕਥਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਬਾਲਾ ਜੀ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ। ਇਸ ਕਰਕੇ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਸਤਿਗੁਰਾਂ ਦੀ ਕਲਿਆਣਕਾਰੀ ਕਥਾ ਮਹਾਰਾਜ ਜੀ ਦਾ ਇਤਿਹਾਸ ਸੁਣੋ। ਆਗੇ ਗਮਨ ਕੀਨ ਸੁਖ ਰਾਸਾ। ਸੈਯਦ ਜਲਾਲ ਸਾਨੀ ਨੂੰ ਮੁਕਤ ਕਰਕੇ, ਕਿਰਤਾਰਥ ਕਰਕੇ ਸਤਿਗੁਰੂ ਜੀ ਨੇ ਇਹਦੇ ਕੋਲੋਂ ਅੱਗੇ ਲੰਘਣਾ ਕੀਤਾ ਹੈ। ਸ਼ੇਖ ਫਰੀਦ ਪਟਣ ਹੈ ਜੀਵਾ। ਭਗਤ ਫਰੀਦ ਜੀ ਦਾ ਜਿਹੜਾ ਪਵਿੱਤਰ ਨਗਰ, ਜਿਹਦਾ ਨਾਮ ਹੈ ਪਾਕ ਪਟਣ। ਪਾਕ ਪਟਣ ਨਾਮ ਗੁਰੂ ਖਾਲਸਾ ਜੀ ਭਗਤ ਫਰੀਦ ਜੀ ਦੇ ਇੱਥੇ ਰਹਿਣ ਕਰਕੇ ਦਾ ਨਾਮ ਪਿਆ। ਵੈਸੇ ਦਾ ਜਿਹੜਾ ਪੁਰਾਣਾ ਨਾਮ ਸੀ ਉਹ ਅਯੋਧਨ ਸੀ।
ਭਗਤ ਫਰੀਦ ਜੀ ਨੇ ਇੰਨੀ ਬੰਦਗੀ ਕੀਤੀ, ਪਰਮੇਸ਼ਰ ਦਾ ਇੰਨਾ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਿਆ ਕਿ ਇਸ ਨਗਰ ਦਾ ਨਾਮ ਪਾਕ ਪਟਨ ਪੈ ਗਿਆ, ਯਾਨੀ ਕਿ ਪਵਿੱਤਰ ਨਗਰੀ। ਪਟਨ ਨਾਮ ਹੁੰਦਾ ਪੱਤਣ ਦਾ। ਇੱਥੇ ਕਿਸੇ ਸਮੇਂ ਦਰਿਆ ਵਗਦਾ ਹੋਵੇਗਾ ਤੇ ਅਕਸਰ ਦਰਿਆਵਾਂ ਦੇ ਵਿੱਚੋਂ ਲੰਘਣ ਵਾਸਤੇ ਜਿੱਥੇ ਪਾਣੀ ਥੋੜਾ ਹੋਵੇ, ਪਾਰ ਕਰਨ ਵਾਸਤੇ ਜਿਹੜੀ ਜਗ੍ਹਾ ਵਰਤੀ ਜਾਂਦੀ ਉਹਨੂੰ ਪੱਤਣ ਕਹਿੰਦੇ ਹਨ। ਪਾਕ ਦਾ ਮਤਲਬ ਹੁੰਦਾ ਪਵਿੱਤਰ। ਪਾਕ ਪਵਿੱਤਰ ਪਟਨ, ਯਾਨੀ ਕਿ ਭਗਤ ਫਰੀਦ ਜੀ ਦਾ ਨਗਰ ਹੈ। ਸ਼ੀਕ ਬ੍ਰਹਮ ਤਬ ਬਸਹੀ ਤੇਵਾ। ਜਦੋਂ ਗੁਰੂ ਨਾਨਕ ਸਾਹਿਬ ਜੀ ਪਾਕ ਪਟਨ ਆਏ ਨੇ, ਇੱਥੇ ਉਸ ਵੇਲੇ ਭਗਤ ਫਰੀਦ ਜੀ ਦੀ ਗੱਦੀ ਤੇ ਇੱਕ ਮਹਾਂਪੁਰਸ਼ ਸਨ, ਉਹਨਾਂ ਦਾ ਨਾਮ ਸੀ ਸ਼ੇਖ ਇਬਰਾਹੀਮ, ਪਰ ਜ਼ਿਆਦਾ ਤੌਰ ਤੇ ਉਹਨਾਂ ਨੂੰ ਸ਼ੇਖ ਬ੍ਰਾਹਮੀ ਕਹਿੰਦੇ ਸੀ। ਨਾਮ ਤਾਂ ਸੀ ਸ਼ੇਖ ਇਬਰਾਹੀਮ, ਪਰ ਸ਼ੇਖ ਬ੍ਰਹਮ ਦੇ ਨਾਮ ਦੇ ਉੱਤੇ ਉਹ ਸੰਸਾਰ 'ਚ ਪ੍ਰਗਟ ਨੇ। ਉਹ ਉਸ ਵਕਤ ਪਾਕ ਪਟਨ ਵਿੱਚ ਰਹਿੰਦੇ ਸਨ। ਤੈਂ ਕੀ ਮਿਲਨ ਹੀਤ ਗਤ ਦਾਈ। ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਸ਼ੇਖ ਬ੍ਰਹਮ ਨੂੰ ਮਿਲਣ ਵਾਸਤੇ ਉਹਦਾ ਭਲਾ ਕਰਨਾ ਸੀ। ਇਹ ਨਹੀਂ ਕਿ ਸ਼ੇਖ ਬ੍ਰਹਮ ਦੀ ਬੰਦਗੀ ਨਹੀਂ ਸੀ, ਬੰਦਗੀ ਬਹੁਤ ਸੀ, ਪਰ ਉਸ ਬੰਦਗੀ ਨੂੰ ਬੂਰ ਲਾਣਾ ਸੀ, ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਣੀ ਸੀ। ਬੰਦਗੀ ਦਾ ਫਲ ਮਿਲਣਾ ਸੀ, ਉਹ ਗੁਰੂ ਨਾਨਕ ਸਾਹਿਬ ਨੇ ਬਖਸ਼ਣਾ। ਤੋ ਸ਼ੇਖ ਬ੍ਰਹਮ ਜੀ ਇੱਥੇ ਰਹਿੰਦੇ ਨੇ, ਉਹਨਾਂ ਨੂੰ ਮਿਲਣ ਵਾਸਤੇ ਮੁਕਤੀ ਦਾਤੇ ਸਤਿਗੁਰੂ ਜੀ ਦੋਏ ਕੋਸ ਪਰ ਬੈਠੇ ਜਾਈ। ਪਾਕ ਪਟਨ ਤੋਂ ਤਕਰੀਬਨ 2 ਕੋਹ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾ ਕੇ ਬੈਠ ਗਏ। ਸ਼ੇਖ ਬ੍ਰਹਮ ਕਾ ਇੱਕ ਮੁਰੀਦ ਤੈਂ। ਸ਼ੇਖ ਬ੍ਰਹਮ ਜੀ, ਜਿਨ੍ਹਾਂ ਨੂੰ ਸ਼ੇਖ ਇਬਰਾਹੀਮ ਫਰੀਦ ਸਾਨੀ ਕਿਹਾ ਜਾਂਦਾ ਸੀ, ਉਹਨਾਂ ਦਾ ਇੱਕ ਚੇਲਾ, ਉਹ ਕਿਤੇ ਚਲਦਾ ਚਲਦਾ ਉਸ ਪਾਸੇ ਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਆਇਓ ਈਂਦਨ ਚੁਨਨ ਗੁਰੂ ਜਹ। ਜਿੱਥੇ ਸਤਿਗੁਰੂ ਜੀ ਬੈਠੇ ਸੀ ਉੱਥੇ ਲੱਕੜੀਆਂ ਸਨ, ਤੇ ਲੱਕੜਾਂ ਲੈਣ ਵਾਸਤੇ ਲੰਗਰ ਪਾਣੀ ਤਿਆਰ ਕਰਨਾ ਸੀ ਉਹਦੇ ਚੇਲੇ ਨੇ। ਇਸ ਕਰਕੇ ਉਹ ਲੱਕੜੀਆਂ ਇਕੱਠੀਆਂ ਕਰਨ ਉੱਥੇ ਆਇਆ ਹੋਇਆ ਸੀ। ਸੋ ਦਰਵੇਸ਼ ਖੁਦਾਈ ਪਿਆਰਾ। ਉਹ ਵੀ ਦਰਵੇਸ਼ ਹੈ, ਖੁਦਾ ਦਾ ਪਿਆਰਾ ਹੈ। ਹਿਰਦੇ ਬੰਦਗੀ ਕੇਰ ਆਧਾਰਾ। ਇਹਦੇ ਹਿਰਦੇ ਵਿੱਚ ਵੀ ਪਰਮੇਸ਼ਰ ਦੀ ਬੰਦਗੀ ਦਾ ਆਧਾਰ ਹੈ, ਆਸਰਾ ਹੈ। ਇੱਕ ਸ਼ਲੋਕ ਤਬ ਪ੍ਰਭੂ ਬਖਾਨਾ। ਸ਼ੇਖ ਬ੍ਰਹਮ ਜੀ ਦਾ ਚੇਲਾ ਜਦੋਂ ਉੱਥੇ ਲੱਕੜੀਆਂ ਇਕੱਠਾ ਕਰ ਰਿਹਾ ਸੀ ਤੇ ਸਤਿਗੁਰੂ ਜੀ ਉੱਥੇ ਹੀ ਬੈਠੇ ਸਨ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਰੰਗ ਵਿੱਚ ਆਏ ਤੇ ਇੱਕ ਸ਼ਲੋਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਿਆ। ਉੱਚੀ ਧੁਨ ਸੋ ਕੀਨੋ ਗਾਨਾ। ਉੱਚੀ ਧੁਨ ਵਿੱਚ, ਉੱਚੀ ਆਵਾਜ਼ ਵਿੱਚ ਸਤਿਗੁਰੂ ਜੀ ਨੇ ਉਹ ਸ਼ਲੋਕ ਗਾਵਿਆ। ਮਹੱਲਾ ਪਹਿਲਾ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੀਤੋਂ। ਪਾਤਸ਼ਾਹ ਨੇ ਸ਼ਲੋਕ ਉਚਾਰਿਆ ਕਿ ਅਕਾਲ ਪੁਰਖ ਆਪ ਹੀ ਪੱਟੀ ਹੈ ਜਿਹਦੇ ਤੇ ਲਿਖੀਦਾ, ਕਲਮ ਵੀ ਉਹ ਆਪ ਹੈ ਤੇ ਲਿਖਣ ਵਾਲਾ ਲਿਖਾਰੀ ਵੀ ਆਪ ਹੈ, ਤੇ ਜਿਹੜੇ ਲੇਖ ਲਿਖੇ ਗਏ ਨੇ ਉਹ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਏਕੋ ਕਈਐ ਨਾਨਕਾ, ਦੂਜਾ ਕਾਹੇ ਕੂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕੋ ਹੀ ਅਕਾਲ ਪੁਰਖ, ਦੂਜਾ ਤਾਂ ਹੈ ਹੀ ਨਹੀਂ। ਕੋਈ ਦੂਜਾ ਹੋਵੇ ਤੇ ਤਾਂ ਕਹੀਏ, ਦੂਜਾ ਤਾਂ ਹੈ ਹੀ ਨਹੀਂ। ਇੱਕੋ ਹੀ ਆਪ ਹੀ ਪੱਟੀ ਹੈ, ਕਲਮ ਵੀ ਆਪ ਹੈ, ਲੇਖ ਵੀ ਉਹ ਆਪ ਹੀ ਹੈ। ਚੋਪਈ ਸੁਨਤ ਮੁਰੀਦ ਗੁਰੂ ਟਿਗ ਆਇਓ। ਜਦੋਂ ਸਤਿਗੁਰੂ ਜੀ ਇਹ ਗਾ ਰਹੇ ਸਨ ਤੇ ਉਹ ਜਿਹੜਾ ਮੁਰੀਦ ਸੀ ਨਾ ਸ਼ੇਖ ਬ੍ਰਹਮ ਜੀ ਦਾ, ਉਹ ਮਹਾਰਾਜ ਜੀ ਦੇ ਕੋਲ ਆ ਗਿਆ। ਸਤਿਗੁਰੂ ਜੀ ਗਾ ਇਤਨੇ ਪਿਆਰ ਵਿੱਚ ਰਹੇ ਸਨ ਕਿ ਇਹਨਾਂ ਬਚਨਾਂ ਨੂੰ ਸੁਣਦਿਆਂ ਉਹ ਮੁਰੀਦ ਸਤਿਗੁਰਾਂ ਕੋਲ ਆਇਆ। ਕਰ ਸਲਾਮ ਅਸ ਬਚਨੀ ਅਲਾਇਓ। ਸਤਿਗੁਰਾਂ ਦੇ ਕੋਲ ਆ ਕੇ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਬੋਲਿਆ। ਇਹ ਬੈਂਤਵਤ ਮੋਏ ਸੁਨਾਏ। ਕਹਿਣ ਲੱਗਾ ਜੀ ਤੁਸੀਂ ਇਹ ਜਿਹੜੇ ਬੈਰ ਹੈ ਕਿ ਅਸੀਂ ਪਾਸ ਲੋਕ ਕਹਿ ਦਿੰਦੇ, ਇਹ ਬੈਤ
ਤੁਸੀਂ ਜਿਹੜੀ ਇਹ ਬੈਂਤ ਸੁਣਾਈ ਹੈ ਮੈਨੂੰ ਕਿਰਪਾ ਕਰਕੇ ਦੁਬਾਰਾ ਸੁਣਾਓ। ਤੁਮ ਦਰਵੇਸ਼ ਪੀ ਲਖਿਓ ਖੁਦਾਏ। ਤੁਸੀਂ ਦਰਵੇਸ਼ ਹੋ, ਇਹ ਮੈਂ ਜਾਣਿਆ ਕਿ ਤੁਸੀਂ ਖੁਦਾ ਹੋ ਜਾਂ ਖੁਦਾ ਦੇ ਦਰਵੇਸ਼ ਹੋ। ਸ਼੍ਰੀ ਨਾਨਕ ਤਬ ਬੈਨ ਅਲਾਏ। ਜਦੋਂ ਮੁਰੀਦ ਨੇ ਏਦਾਂ ਬਚਨ ਕਹੇ ਸਤਿਗੁਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਬੋਲੇ, ਤੈਂ ਸ਼ਲੋਕ ਕੇ ਅਰਥ ਸੁਨਾਏ। ਜਿਹੜਾ ਸ਼ਲੋਕ ਸਤਿਗੁਰੂ ਜੀ ਨੇ ਪੜ੍ਹਿਆ ਸੀ ਉਸ ਸ਼ਲੋਕ ਦੇ ਅਰਥ ਕਰਕੇ ਮਹਾਰਾਜ ਜੀ ਮੁਰੀਦ ਨੂੰ ਸੁਣਾਉਣ ਲੱਗੇ। ਆਪੇ ਪੱਟੀ ਕਲਮ ਸੋ ਆਪੇ। ਮਹਾਰਾਜ ਜੀ ਕਹਿੰਦੇ ਆ ਭਾਈ ਪਰਮੇਸ਼ਰ ਆਪ ਹੀ ਪੱਟੀ ਹੈ, ਆਪ ਹੀ ਉਹ ਕਲਮ ਰੂਪ ਹੈ। ਲਿਖਣ ਹਾਰ ਸੋ ਦੁਤੀ ਨਾ ਜਾਪੇ। ਤੇ ਲਿਖਣ ਵਾਲਾ ਵੀ ਉਹ ਆਪ ਹੈ, ਕੋਈ ਦੂਜਾ ਨਹੀਂ। ਪੱਟੀ ਵੀ ਆਪ, ਕਲਮ ਵੀ ਆਪ ਤੇ ਲਿਖਣ ਵਾਲਾ ਵੀ ਆਪ ਹੀ ਹੈ। ਸਭ ਮੈਂ ਰਵਿਓ ਏਕ ਖੁਦਾਏ। ਉਹ ਇੱਕੋ ਖੁਦਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਜਰਰੇ ਜਰਰੇ ਵਿੱਚ ਕਣ ਕਣ ਦੇ ਵਿੱਚ ਰਮਿਆ ਹੋਇਆ। ਛੂਚੀ ਕਉ ਨ ਤਿਸ ਬਿਨ ਥਾਏ। ਉਹਦੇ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ। ਛੂਛੀ ਕਹਿੰਦੇ ਆ ਖਾਲੀ ਨੂੰ। ਉਹਦੇ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ, ਉਹ ਸਰਬ ਥਾਈਂ ਰਮਦਾ ਹੈ। ਦੂਜਾ ਦੇਖਿਓ ਸੁਨਿਓ ਨੈ ਕੋਈ। ਪਾਤਸ਼ਾਹ ਕਹਿੰਦੇ ਆ ਉਹਦੇ ਤੋਂ ਬਿਨਾਂ ਨਾ ਕੋਈ ਦੂਜਾ ਹੈ ਤੇ ਨਾ ਹੀ ਅਸੀਂ ਕੋਈ ਦੂਜਾ ਸੁਣਿਆ ਹੈ। ਜਪੇ ਜੇ ਏਕ ਤਰੇ ਭਵ ਸੋਈ। ਜਿਹੜੇ ਉਸ ਇੱਕ ਪ੍ਰਭੂ ਨੂੰ ਖੁਦਾ ਨੂੰ ਜਪਦੇ ਨੇ ਐ ਮੁਰੀਦ, ਉਹ ਇਹ ਸੰਸਾਰ ਤੋਂ ਤਰ ਜਾਂਦੇ ਹਨ। ਜਿਹੜੇ ਉਸ ਇੱਕ ਨੂੰ ਜਪਦੇ ਨੇ, ਇੱਕ ਨੂੰ ਆਰਾਧਦੇ ਨੇ, ਉਹ ਤਰ ਜਾਂਦੇ ਹਨ। ਦੋਹਰਾ ਸੁਨਤ ਸ਼ੇਖ ਹਰ ਖਾਏ ਉਰ ਗਇਓ ਨਿਕਟ ਨਿਜ ਪੀਰ। ਜਦੋਂ ਸ਼ੇਖ ਨੇ ਇਹ ਗੱਲ ਸੁਣੀ ਤੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਉਹ ਛੇਤੀ ਨਾਲ ਆਪਣੇ ਪੀਰ ਸ਼ੇਖ ਬ੍ਰਹਮ ਕੋਲ ਗਿਆ। ਉਹਦਾ ਪੀਰ ਸੀ ਸ਼ੇਖ ਬ੍ਰਹਮ ਫਰੀਦ ਸਾਨੀ। ਉਹਦੇ ਕੋਲ ਜਾ ਕੇ ਉਹ ਮੁਰੀਦ ਪਹੁੰਚਿਆ। ਕਇਓ ਜਾਏ ਮੈਂ ਦੇਖਿਓ ਆਜ ਖੁਦਾਏ ਸਰੀਰ। ਉਹ ਜਿਹੜਾ ਚੇਲਾ ਸੀ ਸ਼ੇਖ ਬ੍ਰਹਮ ਦਾ ਗੁਰੂ ਸਾਹਿਬ ਕੋਲੋਂ ਬਾਣੀ ਸੁਣ ਕੇ ਗਿਆ, ਉਹ ਜਾ ਕੇ ਆਪਣੇ ਪੀਰ ਸ਼ੇਖ ਬ੍ਰਹਮ ਨੂੰ ਕਹਿਣ ਲੱਗਾ, ਪੀਰ ਜੀ ਅੱਜ ਮੈਂ ਇਸ ਧਰਤੀ ਤੇ ਪ੍ਰਤੱਖ ਖੁਦਾ ਦੇ ਦਰਸ਼ਨ ਕਰਕੇ ਆਇਆ। ਇਸ ਧਰਤੀ ਤੇ ਪ੍ਰਤੱਖ ਖੁਦਾ ਆਇਆ ਔਰ ਉਹਦੇ ਮੈਂ ਦਰਸ਼ਨ ਕਰਕੇ ਆਇਆ ਹਾਂ। ਹਿੰਦ ਜਨਮ ਸ਼੍ਰੀ ਨਾਨਕ ਵੇਦੀ। ਉਹਨਾਂ ਦਾ ਜਨਮ ਹਿੰਦੁਸਤਾਨ ਦੀ ਧਰਤੀ ਦਾ ਹੈ। ਬੇਦੀਆਂ ਦੀ ਕੁਲ ਵਿੱਚ ਉਹ ਜਨਮੇ ਹਨ। ਦੇਤ ਸੁਧ ਵੈਦੇ ਛੇਦੀ। ਔਰ ਉਹ ਅੱਲਾ ਨੂੰ ਵੇਖ ਕੇ ਦਵੈਤ ਦਾ ਨਾਸ਼ ਕਰਕੇ ਅੱਲਾ ਦੇ ਘਰ ਦੀ ਸੁਧ ਦਿੰਦੇ ਐ, ਅੱਲਾ ਦੇ ਘਰ ਦੀ ਖਬਰ ਦਿੰਦੇ ਹਨ। ਸੁਨਤ ਪੀਰ ਨੇ ਬਚਨੀ ਉਚਾਰੇ। ਸੁਣ ਕੇ ਸ਼ੇਖ ਬ੍ਰਹਮ ਅੱਗੋਂ ਬੋਲਿਆ, ਕਹਿਣ ਲੱਗਾ, ਹਿੰਦੂ ਬੌਰ ਖੁਦਾਏ ਕਿਆਰੇ। ਕਹਿਣ ਲੱਗਾ, ਉਹ ਚੇਲਿਆ ਮੁਰੀਦਾ ਇਹ ਕੀ ਗੱਲ ਪਿਆ ਕਰਦਾ ਤੂੰ? ਜੇ ਉਹ ਹਿੰਦੁਸਤਾਨ ਦਾ ਰਹਿਣ ਵਾਲਾ ਫਿਰ ਹਿੰਦੂ ਹੋਵੇਗਾ। ਹਿੰਦੂ ਹੋ ਕੇ ਉਹ ਕੀ ਜਾਣੇ ਖੁਦਾ ਕੌਣ ਹੈ? ਹਿੰਦੂ ਤਾਂ ਕਾਫਰ ਹੁੰਦੇ ਆ, ਉਹਨਾਂ ਨੂੰ ਕੀ ਪਤਾ ਵੀ ਖੁਦਾ ਕੌਣ ਹੁੰਦਾ ਹੈ। ਫਿਰ ਮੁਰੀਦ ਜੋਰ ਕਰ ਕਹਿ। ਅੱਗੋਂ ਜਿਹੜਾ ਚੇਲਾ ਸੀ, ਜਿਹੜਾ ਸਤਿਗੁਰਾਂ ਦੇ ਦਰਸ਼ਨ ਕਰਕੇ ਆਇਆ ਸੀ, ਜਿਹਦੇ ਹਿਰਦੇ 'ਚ ਆਨੰਦ ਦੀ ਲਹਿਰ ਬਣੀ ਹੋਈ ਸੀ, ਉਹ ਫਿਰ ਆਪਣੇ ਪੀਰ ਨੂੰ ਹੱਥ ਜੋੜ ਕੇ ਕਹਿਣ ਲੱਗਾ, ਪੀਰ ਜੀ ਸੁਣੋ। ਸੋ ਖੁਦਾਏ ਕੀ ਸੂਰਤ ਐਹੀ। ਕਹਿਣ ਲੱਗਾ, ਪੀਰ ਜੀ ਉਹ ਤਾਂ ਰੱਬ ਹੀ ਨੇ ਇਸ ਧਰਤੀ ਤੇ, ਖੁਦਾ ਹੀ ਨੇ। ਮੈਨੂੰ ਤਾਂ ਉਹ ਖੁਦਾ ਦੀ ਹੀ ਸੂਰਤ ਨਜ਼ਰ ਆਏ ਹਨ। ਕਹੋ ਕੂਰ ਨੇ ਸਾਚ ਪਛਾਨੋ। ਮੈਂ ਝੂਠ ਨਹੀਂ ਪਿਆ ਬੋਲਦਾ, ਮੈਂ ਜਿਹੜੀਆਂ ਗੱਲਾਂ ਪਿਆ ਕਹਿਣਾ ਪੀਰ ਜੀ ਇਹ ਸੱਚ ਕਰਕੇ ਜਾਣ ਲੋ, ਇਹੀ ਸੱਚ ਹੈ। ਦੇਖੋਗੇ ਤੁਮ ਤਬ ਹੀ ਮਾਨੋ। ਮੇਰੀ ਕਈ ਗੱਲ ਤੇ ਤੁਹਾਨੂੰ ਯਕੀਨ ਨਹੀਂ ਪਿਆ ਆਉਂਦਾ, ਪਰ ਉਦੋਂ ਜਾਣੋਗੇ ਜਦੋਂ ਉਹਨਾਂ ਦੇ ਦਰਸ਼ਨ ਕਰੋਗੇ। ਜਦੋਂ ਵੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜੋ ਮੈਂ ਕਹਿ ਰਿਹਾ ਉਹ ਸੱਚ ਹੈ। ਬਿਨ ਦੇਖੇ ਨੇ ਆਏ ਪ੍ਰਤੀਤੀ। ਜਦੋਂ ਤੱਕ ਦੇਖਦੇ ਨਹੀਂ ਉਹਨਾਂ ਨੂੰ,
ਉਦੋਂ ਤੱਕ ਤੁਹਾਡੇ ਮਨ 'ਚ ਪ੍ਰਤੀਤ ਨਹੀਂ ਆਉਣੀ, ਉਦੋਂ ਤੱਕ ਤੁਹਾਡੇ ਮਨ 'ਚ ਭਰੋਸਾ ਨਹੀਂ ਆਉਣਾ। ਮਿਲਨੇ ਤੇ ਵਿਸਾਲ ਹੋਏ ਪ੍ਰੀਤੀ, ਜਦੋਂ ਮਿਲੋਗੇ ਉਹਨਾਂ ਨੂੰ ਤੁਹਾਡੇ ਹਿਰਦੇ 'ਚ ਉਹਨਾਂ ਪ੍ਰਤੀ ਪ੍ਰੀਤ ਉਪਜੇਗੀ, ਭਾਰੀ ਪ੍ਰੀਤ ਦੀ ਚਿਣਗ ਤੁਹਾਡੇ ਹਿਰਦੇ 'ਚ ਲੱਗੇਗੀ। ਸੁਨ ਪੁਨ ਬਾਨੀ ਪੀਰ ਅਲਾਈ, ਚੇਲੇ ਦੀਆਂ ਗੱਲਾਂ ਸੁਣ ਕੇ ਮੁਰੀ ਪੀਰ ਫਿਰ ਬੋਲਿਆ। ਸ਼ੇਖ ਬ੍ਰਹਮ ਕਹਿਣ ਲੱਗਾ, ਮੈਂਡਾ ਬੈਂਤ ਲਿਜਾਏ ਸੁਨਾਈ। ਕਹਿੰਦਾ ਏਦਾਂ ਕਰ, ਜਿਹਦੀਆਂ ਤੂੰ ਸਿਫਤਾਂ ਨਹੀਂ ਕਰਦਾ ਰੱਜਦਾ, ਆ ਇੱਕ ਬੈਂਤ ਮੈਂ ਉਚਾਰਨ ਲੱਗਾ, ਮੇਰੀ ਬੈਂਤ ਉਹਨਾਂ ਕੋਲ ਜਾ ਕੇ ਲੈ ਕੇ ਜਾ ਤੇ ਉਹਨਾਂ ਨੂੰ ਸੁਣਾ। ਦੋਹਰਾ ਕਿਨੋ ਵਤ ਗਲਾਈਏ, ਜੋ ਮੈਂ ਤੋਕੋ ਬੱਦ। ਖਾਲਸਾ ਜੀ, ਇਹ ਮੁਲਤਾਨ ਦੇ ਇਲਾਕੇ ਦੀ ਬੋਲੀ ਹੈ। ਮੁਲਤਾਨ ਦੇ ਇਲਾਕੇ ਦੇ ਵਿੱਚ, ਪਾਕਪਟਨ ਦੇ ਇਲਾਕੇ 'ਚ ਇਹੋ ਜੀ ਪੰਜਾਬੀ, ਕਿਉਂਕਿ ਫਰੀਦ ਜੀ ਮਹਾਰਾਜ ਪੰਜਾਬੀ ਦੇ ਪ੍ਰਥਮ ਕਵੀ ਮੰਨੇ ਜਾਂਦੇ ਹਨ। ਗੋਰਖਨਾਥ ਵੀ ਪੰਜਾਬੀ ਦਾ ਆਦਿ ਕਵੀ ਮੰਨਿਆ, ਪਰ ਮਹਾਰਾਜ ਭਗਤ ਫਰੀਦ ਜੀ ਨੂੰ ਪੰਜਾਬੀ ਦਾ ਪ੍ਰਸਿੱਧ ਕਵੀ ਜਾਣਿਆ ਜਾਂਦਾ ਹੈ। ਔਰ ਫਰੀਦ ਜੀ ਦੇ ਗੱਦੀ ਦੇ ਉੱਤੇ ਬੈਠੇ ਸਨ ਸ਼ੇਖ ਬ੍ਰਹਮ ਜੀ। ਉਹ ਸ਼ੇਖ ਬ੍ਰਹਮ ਜੀ ਕਹਿਣ ਲੱਗੇ ਵੀ ਮੇਰੀ ਇੱਕ ਬੈਂਤ ਲੈ ਜਾ, ਜਿਨ੍ਹਾਂ ਦੀ ਤੂੰ ਸਿਫਤ ਕਰਦਾ ਉਹਨਾਂ ਨੂੰ ਜਾ ਕੇ ਸੁਣਾਈ, ਤੇ ਜਵਾਬ 'ਚੋਂ ਕੀ ਉਚਾਰਦੇ ਨੂੰ ਮੈਨੂੰ ਦੱਸੀ। ਇਹਨੇ ਬੈਂਤ ਉਚਾਰੀ, ਕਹਿੰਦਾ ਕਿੰਨੋ ਵੱਤ ਗਲਾਈਏ, ਜੋ ਮੈਂ ਤੋਕੋ ਬੱਦ। ਕਹਿੰਦਾ ਜਾ, ਮੈਂ ਤੈਨੂੰ ਭੇਜਦਾ, ਜੋ ਮੈਂ ਉਚਾਰਨ ਕਰਦਾ ਨਾ, ਬੱਦ, ਬੱਦ ਦਾ ਮਤਲਬ ਜੋ ਮੈਂ ਬੋਲਦਾ, ਇਹ ਜਾ ਕੇ ਤੂੰ ਉਹਨਾਂ ਨੂੰ ਸੁਣਾਈ, ਉਹਨਾਂ ਦੇ ਕੋਲ ਬੋਲ ਕੇ ਲੈ ਕੇ ਜਾ, ਔਰ ਉਹਨਾਂ ਨੂੰ ਜਾ ਕੇ ਸੁਣਾ। ਇੱਕ ਸਾਹਿਬ ਦੋ ਹੱਦ ਐ, ਕੋ ਸੇਵੀ ਕੋ ਰੱਦ। ਉਹਨਾਂ ਨੂੰ ਜਾ ਕੇ ਆਖੀ ਵੀ ਸਾਹਿਬ ਇੱਕ ਹੈ, ਹੱਦਾਂ ਦੋ ਨੇ, ਕਿਹਨੂੰ ਸੇਵੀਏ ਤੇ ਕਿਹਨੂੰ ਰੱਦ ਕਰੀਏ। ਉਹਨਾਂ ਨੂੰ ਆਖੀ, ਇਹ ਹੈ ਮੇਰੀ ਬੈਂਤ, ਕਿ ਸਾਹਿਬ ਇੱਕ ਹੈ, ਹੱਦਾਂ ਦੋ ਨੇ, ਕਿਹਨੂੰ ਸੇਵੀਏ ਤੇ ਕਿਹਨੂੰ ਛੱਡੀਏ, ਯਾਨੀ ਕਿ ਕਿਹਨੂੰ ਸੇਵੀਏ ਤੇ ਕਿਹਨੂੰ ਰੱਦ ਕਰੀਏ। ਜੋ ਪਈ ਸੁਨ ਮੁਰੀਦ ਤਬ ਸ਼੍ਰੀ ਗੁਰ ਪਾਸਾ। ਸ਼ੇਖ ਬ੍ਰਹਮ ਦਾ ਇਹ ਮੁਰੀਦ ਸੁਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ। ਜੁਲ ਕਰ ਆਏ ਕਰੀ ਅਰਦਾਸਾ। ਹੱਥ ਜੋੜ ਕੇ ਆਇਆ ਤੇ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ ਪਹੁੰਚ ਕੇ। ਜਬਈ ਪੜਿਓ ਬੈਂਤ ਮੈਂ ਤੈਂਡਾ। ਕਹਿਣ ਲੱਗਾ ਮਹਾਰਾਜ ਆਪਾਂ ਕਹਿ ਦਿੰਨੇ ਆ ਤੇਰਾ, ਮੁਲਤਾਨ ਦੇ ਇਲਾਕੇ ਵਿੱਚ, ਸਿੰਧ ਦੇ ਇਲਾਕੇ 'ਚ ਤੇਰੇ ਨੂੰ ਕਹਿ ਦਿੰਦੇ ਆ ਤੈਂਡਾ, ਮੇਰੇ ਨੂੰ ਕਹਿ ਦਿੰਦੇ ਆ ਮੈਂਡਾ। ਕਹਿਣ ਲੱਗੇ, ਇਹ ਮੁਰੀਦ ਆਇਆ ਸਤਿਗੁਰਾਂ ਕੋਲ, ਕਹਿਣ ਲੱਗਾ ਮਹਾਰਾਜ ਜੀ ਜਦੋਂ ਮੈਂ ਤੁਹਾਡੀ ਬੈਂਤ ਆਪਣੇ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਨੂੰ ਸੁਣਾਈ, ਜਦੋਂ ਉਹਨਾਂ ਨੇ ਤੁਹਾਡੀ ਬੈਂਤ ਸੁਣੀ, ਬੈਂਤ ਕਹਿਓ ਤਬ ਪੀਰ ਇੱਕ ਮੈਂਡਾ। ਤੇ ਬਦਲੇ ਵਿੱਚ ਇੱਕ ਬੈਂਤ ਮੇਰੇ ਪੀਰ ਨੇ ਉਚਾਰਨ ਕੀਤੀ ਆ, ਤੁਹਾਡੇ ਕੋਲ ਭੇਜੀ ਆ ਉਚਾਰਨ ਕਰਕੇ। ਤੈਂ ਕੋ ਉੱਤਰ ਦੀਜੋ ਮੋਕੋ। ਆਪ ਜੀ ਕਿਰਪਾ ਕਰਕੇ ਜਿਹੜੀ ਬੈਂਤ ਮੇਰੇ ਪੀਰ ਨੇ ਉਚਾਰਨ ਕੀਤੀ ਹੈ ਉਹ ਮੈਂ ਤੁਹਾਨੂੰ ਸੁਣਾਉਣਾ, ਆਪ ਜੀ ਉਹਦਾ ਜਵਾਬ ਮੈਨੂੰ ਦਿਓ। ਸੁਨੋ ਸੁਨਾਵਤ ਹੋ ਮੈਂ ਤੋਕੋ। ਸੁਣੋ ਗੁਰੂ ਜੀ, ਮੈਂ ਤੁਹਾਨੂੰ ਸੁਣਾਉਣਾ ਜੋ ਮੇਰੇ ਪੀਰ ਨੇ ਉਚਾਰੀ ਹੈ। ਸਾਹਿਬ ਏਕੋ ਦੋ ਕੀਏ ਹੱਦ। ਉਹਨੇ ਆਖਿਆ ਕਿ ਸਾਹਿਬ ਇੱਕੋ ਹੈ ਤੇ ਹੱਦਾਂ ਦੋ ਹਨ। ਕਹਿ ਕੋ ਸੇਵੀ ਕਹਿ ਕੋ ਰੱਦ। ਤੇ ਕਿਹੜੀ ਹੱਦ ਨੂੰ ਸੇਵੀਏ ਤੇ ਕਿਹਨੂੰ ਰੱਦ ਕਰੀਏ। ਜੋ ਤੁਮਰੇ ਮਤ ਮਾਹੀ ਸਾਚੋ। ਗੁਰੂ ਜੀ ਜਿਹੜੀ ਹੱਦ ਤੁਹਾਡੇ ਮਤ ਵਿੱਚ ਸੱਚੀ ਹੈ, ਕਿਰਪਾ ਧਾਰ ਮੁਝ ਸੰਗ ਉਬਾਚੋ। ਕਿਰਪਾ ਕਰਕੇ ਆਪ ਜੀ ਮੇਰੇ ਪ੍ਰਤੀ ਉਹ ਉਚਾਰਨ ਕਰੋ। ਇਸ ਪ੍ਰਕਾਰ ਕੇ ਸੁਨ ਕਰ ਬੈਨਾ। ਜਦੋਂ ਇਸ ਮੁਰੀਦ ਨੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸਤਿਗੁਰੂ ਜੀ ਨੇ ਸੁਣੀ। ਕਯੋ ਸ਼ਲੋਕ ਸਰਬ ਸੁਖ ਦੇਨਾ। ਪਾਤਸ਼ਾਹ ਨੇ ਸੁਖ ਦੇਣ ਵਾਲਾ ਸ਼ਲੋਕ ਉਚਾਰਨ ਕੀਤਾ। ਸ਼ਲੋਕ ਦੂਜਾ ਕਾਏ ਸਿਮਰਿਐ
ਜੰਮੇ ਤੇ ਮਰ ਜਾਏ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ, ਪਰ ਜਨਮ ਸਾਖੀ ਵਿੱਚ ਲਿਖਿਆ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਦੂਜਾ ਕਾਹੇ ਸਿਮਰਿਐ ਜੰਮੈ ਤੈ ਮਰ ਜਾਏ। ਕਹਿਣ ਲੱਗੇ ਦੂਜਾ ਕਿਉਂ ਸਿਮਰਨਾ ਬਈ, ਦੋ ਤਾਂ ਹੈ ਹੀ ਨਹੀਂ। ਉਹਨੇ ਆਖਿਆ ਸਾਹਿਬ ਇੱਕ ਹੱਦਾਂ ਦੋ ਨੇ, ਕਿਹਨੂੰ ਸੇਵੀਏ ਕਿਹਨੂੰ ਰੱਦ ਕਰੀਏ। ਪਾਤਸ਼ਾਹ ਕਹਿੰਦੇ ਦੂਜਾ ਕਿਉਂ ਸਿਮਰੀਏ ਬਈ, ਜਿਹੜਾ ਦੂਜਾ ਉਹ ਜੰਮਦਾ ਤੇ ਮਰਦਾ ਹੈ। ਕਿਉਂਕਿ ਜਿਹੜਾ ਦੂਜਾ ਹੈ ਉਹ ਜੰਮੇਗਾ ਵੀ ਤੇ ਮਰੇਗਾ ਵੀ, ਜਿਹੜਾ ਜੰਮੇ ਮਰੇ ਉਹਨੂੰ ਕਿਉਂ ਸਿਮਰੀਏ। ਹਾਂਜੀ, ਏਕੋ ਸਿਮਰੋ ਨਾਨਕਾ ਜਲ ਥਲ ਰਿਆ ਸਮਾਏ। ਪਾਤਸ਼ਾਹ ਕਹਿੰਦੇ ਇੱਕੋ ਨੂੰ ਸਿਮਰੋ ਜਿਹੜਾ ਜਲ ਥਲ ਸਾਰਿਆਂ ਵਿੱਚ ਰਮਿਆ ਹੋਇਆ, ਜ਼ਰਰੇ ਜ਼ਰਰੇ ਵਿੱਚ ਕਣ ਕਣ ਵਿੱਚ ਰਮਿਆ ਹੋਇਆ। ਉਸ ਇੱਕ ਨੂੰ ਸਿਮਰੋ, ਇੱਕ ਨੂੰ ਆਰਾਧੋ, ਇੱਕ ਨੂੰ ਧਿਆਵੋ। ਦੋਹਰਾ ਸੁਨੋ ਤੁਮਾਰੋ ਪੀਰ ਜੋ ਅਬ ਲਗ ਦੂਜੋ ਚੀਨ। ਮਹਾਰਾਜ ਜੀ ਕਹਿਣ ਲੱਗੇ ਜਾ ਕੇ ਤਾਂ ਆਪਣੇ ਪੀਰ ਜੀ ਨੂੰ ਆਖੋ ਕਿ ਹਾਲੇ ਤੱਕ ਵੀ ਉਹਨਾਂ ਨੂੰ ਦੂਜਾ ਦਿਸਦਾ, ਹਾਲੇ ਤੱਕ ਵੀ ਉਹਨਾਂ ਨੂੰ ਦੂਜਾ ਨਜ਼ਰ ਆ ਰਿਹਾ। ਜਦੋਂ ਬ੍ਰਹਮਾਕਾਰ ਬਿਰਤੀ ਹੋ ਜੇ ਉੱਥੇ ਤਾਂ ਦੂਜਾ ਦਿਸਦਾ ਹੀ ਨਹੀਂ, ਉੱਥੇ ਤਾਂ ਇੱਕੋ ਬ੍ਰਹਮ ਹੀ ਬ੍ਰਹਮ ਦਿਸਦਾ, ਨਾਮ ਉਹਦਾ ਸ਼ੇਖ ਬ੍ਰਹਮ, ਤੇ ਹਾਲੇ ਤੱਕ ਵੀ ਉਹਨੂੰ ਦੂਜਾ ਦਿਸੀ ਜਾਂਦਾ। ਹਾਂਜੀ, ਨਹੀਂ ਖੁਦਾਏ ਪਛਾਨ ਤੈ ਮਾਰਗ ਮਿਲਨ ਨਲੀਨ। ਜੇ ਉਹਨੂੰ ਹਾਲੇ ਵੀ ਦੂਜਾ ਪਿਆ ਦਿਸਦਾ ਤੇ ਫਿਰ ਉਹਨੇ ਖੁਦਾ ਦਾ ਮਾਰਗ ਨਹੀਂ ਲਿਆ, ਉਹ ਖੁਦਾ ਦੇ ਮਾਰਗ ਦਾ ਪੰਧ ਹੀ ਨਹੀਂ ਮਿਲਿਆ ਬਣਿਆ, ਉਹਨੂੰ ਹਾਲੇ ਤੱਕ ਖੁਦਾ ਦੇ ਸਵਰੂਪ ਦੀ ਨੂਰ ਦੀ ਪ੍ਰਾਪਤੀ ਨਹੀਂ ਹੋਈ। ਚੋਪਈ ਸੇਵੋ ਏਕ ਹੱਦ ਦ્વੈ ਖੋਏ। ਮਹਾਰਾਜ ਜੀ ਕਹਿੰਦੇ ਜਾ ਕੇ ਕਹਿਓ ਆਪਣੇ ਪੀਰ ਨੂੰ ਕਿ ਇੱਕ ਨੂੰ ਸੇਵੋ ਤੇ ਦੋ ਦਾ ਤਿਆਗ ਕਰੋ। ਜਿਹੜੀਆਂ ਦੋ ਹੱਦਾਂ ਉਹ ਕਹਿੰਦੇ ਆ ਨਾ, ਉਹਨਾਂ ਨੂੰ ਛੱਡ ਕੇ ਇੱਕ ਨੂੰ ਸੇਵੋ। ਉਹਨੇ ਦੋ ਹੱਦਾਂ ਬਣਾ ਦਿੱਤੀਆਂ ਵੀ ਇੱਕ ਹਿੰਦੂ ਹੈ ਦੂਜਾ ਮੁਸਲਮਾਨ ਹੈ, ਸਹਿਬ ਇੱਕੋ ਹੈ, ਇੱਕ ਹਿੰਦੂ ਤੇ ਦੂਜਾ ਮੁਸਲਮਾਨ। ਵੀ ਤੁਸੀਂ ਦੱਸੋ ਕਿਹਨੂੰ ਸੇਵੀਏ, ਮੁਸਲਮਾਨੀ ਤਰੀਕੇ ਨਾਲ ਜਾਂ ਹਿੰਦੂ ਦੇ ਤਰੀਕੇ ਨਾਲ। ਪਾਤਸ਼ਾਹ ਕਹਿੰਦੇ ਹਾਲੇ ਵੀ ਦ્વੈਸ਼ ਆ ਉਹਦੇ ਅੰਦਰ। ਉਹਨੂੰ ਕਹੋ ਇਹ ਦੋਵੇਂ ਹੱਦਾਂ ਛੱਡ ਕੇ ਇੱਕ ਅਕਾਲ ਪੁਰਖ ਨੂੰ ਸੇਵੋ ਜਿਹੜਾ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਹਾਂਜੀ, ਸਭ ਕੋ ਕਰਨਹਾਰ ਹੈ ਜੋਏ। ਉਹ ਸਾਰੇ ਸੰਸਾਰ ਦਾ ਕਰਨਹਾਰ ਹੈ, ਸਾਰੇ ਜਗਤ ਦਾ ਕਰਤਾ ਹੈ। ਏਕ ਖੁਦਾਏ ਰਵਿਓ ਸਭ ਮਾਈ। ਉਹ ਇੱਕੋ ਖੁਦਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਇੱਕੋ ਖੁਦਾ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਕਿਉਂ ਜਾਣੇ ਬਿਨ ਮਿਲਨ ਦੁਰਾਈ। ਕਹਿੰਦੇ ਇਉਂ ਜਾਣੇ ਬਿਨਾ ਉਸ ਅਕਾਲ ਪੁਰਖ ਖੁਦਾ ਨੂੰ ਮਿਲਣਾ ਔਖਾ ਹੈ। ਜੇ ਨਹੀਂ ਜਾਣਦੇ ਨਾ ਇਦਾਂ ਤੇ ਫਿਰ ਉਸ ਖੁਦਾ ਨੂੰ ਮਿਲਣਾ ਔਖਾ ਹੈ। ਮੁਸਲਮਾਨ ਨਾ ਹਿੰਦੂ ਕੋ। ਜਾ ਕੇ ਉਹਨੂੰ ਆਖੋ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ, ਸਭ ਉਸ ਨਿਰੰਕਾਰ ਪਰਮੇਸ਼ਰ ਦੇ ਬਣਾਏ ਜੀ ਜੰਤ ਨੇ। ਉਹ ਕਰਤਾ ਇੱਕੋ ਹੀ ਹੈ। ਕਰਨਹਾਰ ਸਭ ਕੋ ਇੱਕ ਹੋ। ਉਹ ਕਰਨਹਾਰ ਸਾਰਿਆਂ ਦਾ ਇੱਕੋ ਹੀ ਹੈ। ਉਹਨੇ ਹੀ ਅਨੇਕਤਾ ਬਣਾਈ ਹੈ, ਅਨੇਕਤਾ ਨੂੰ ਰਚਣ ਵਾਲਾ ਉਹ ਇੱਕੋ ਹੀ ਹੈ। ਪੱਖਵਾਦ ਮੈਂ ਉਰਜੇ ਜੋਈ। ਤੇ ਜਿਹੜੇ ਪੱਖਵਾਦ ਚ ਉਲਝੇ ਹੋਏ ਨੇ, ਇਸ ਉਲਝੇਵੇਂ ਚ ਉਲਝੇ ਹੋਏ ਨੇ, ਅਸੀਂ ਮੁਸਲਮਾਨ, ਅਸੀਂ ਹਿੰਦੂ, ਅਸੀਂ ਅਮਕੇ, ਅਸੀਂ ਅਮਕੇ, ਜਿਹੜੇ ਇਹੋ ਜਿਹੇ ਪੱਖਵਾਦ ਵਿੱਚ ਉਲਝੇ ਹੋਏ ਨੇ। ਹੱਦਾਂ ਦੋਏ ਜਾਣੇ ਸੋਈ। ਉਹ ਦੋ ਹੱਦਾਂ ਜਾਣਦੇ ਨੇ ਵੀ ਦੋ ਹੱਦਾਂ ਨੇ, ਆਹ ਹੱਦ ਸਾਡੀ ਹੈ ਇਹ ਤੁਹਾਡੀ ਹੈ। ਉਹਨਾਂ ਨੇ ਰੱਬ ਦੇ ਵਿੱਚ ਹੱਦਾਂ ਖਿੱਚ ਲਈਆਂ ਨੇ, ਪਰ ਅਸਲ ਵਿੱਚ ਵਾਹਿਗੁਰੂ ਪਰਮੇਸ਼ਰ ਵਿੱਚ ਕੋਈ ਹੱਦ ਨਹੀਂ, ਉਹ ਬੇਹੱਦ ਹੈ। ਐਸੇ ਬਚਨ ਸੁਨੇ ਗੁਰ ਤੀਰ। ਜਦੋਂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਇਹ ਬਚਨ ਉਸ ਮੁਰੀਦ ਨੇ ਸੁਣੇ, ਗਮਨਿਓ ਤਬ ਸਮੀਪ ਨਿਜ ਪੀਰ। ਉਸੇ ਵੇਲੇ ਵਾਪਸ ਆਪਣੇ ਪੀਰ ਜੀ ਦੇ ਕੋਲ ਆਇਆ, ਸ਼ੇਖ ਬ੍ਰਹਮ ਜੀ ਦੇ ਪਾਸ। ਸਰਬ ਜਵਾਬ ਸੁਨਾਇਓ ਜਬਈ। ਜਿਹੜੇ ਬਚਨ ਸਤਿਗੁਰਾਂ ਨੇ ਕਹੇ ਸਨ ਉਹ ਸਾਰੇ ਬਚਨ ਮੁਰੀਦ ਨੇ ਆਪਣੇ ਪੀਰ ਸ਼ੇਖ ਬ੍ਰਹਮ
ਫਰੀਦ ਸਾਨੀ ਨੂੰ ਸੁਣਾਏ। ਬੋਲਿਓ ਪੀਰ ਤਾਏ ਸੋ ਤਬਈ। ਉਸ ਵੇਲੇ ਪੀਰ ਜੀ ਬੋਲੇ, ਆਪਣੇ ਚੇਲੇ ਨੂੰ ਕਹਿਣ ਲੱਗੇ, ਦੋਹਰਾ ਤਾਤ ਬਾਤ ਕੋ ਮਰਮ ਜੋ ਤੈਂ ਜਾਣਿਓ ਕਹਿ ਨਾਏ। ਉਹ ਬੋਲਿਆ, ਪੀਰ ਬੋਲਿਆ, ਕਹਿੰਦਾ ਹੇ ਬੇਟਾ, ਮੁਰੀਦ ਆਪਣੇ ਨੂੰ ਕਹਿੰਦਾ, ਤੂੰ ਉਹਨਾਂ ਦੀ ਕਹੀ ਹੋਈ ਬਾਤ ਦਾ ਮਰਮ ਜਾਣਿਆ? ਉਹਨਾਂ ਨੇ ਜਿਹੜੇ ਬਚਨ ਕਹੇ ਨੇ ਉਹਨਾਂ ਦਾ ਭੇਦ ਤੂੰ ਜਾਣਿਆ ਕਿ ਨਹੀਂ? ਅਜ਼ਮਤ ਇਸ ਮੈਂ ਅਧਿਕ ਹੈ ਸੁਨੋ ਸਮਝ ਮਨ ਮਾਏ। ਇਹ ਗੱਲ ਸੁਣ ਕੇ ਆਪਣੇ ਹਿਰਦੇ 'ਚ ਸਮਝ ਲਓ ਬੇਟਾ ਕਿ ਉਹ ਜਿਹੜੇ ਆਏ ਹੋਏ ਨੇ ਉਹ ਅਜਮਤੀ ਪੁਰਖ ਨੇ, ਉਹਨਾਂ ਵਿੱਚ ਬਹੁਤ ਵੱਡੀ ਅਜਮਤ ਹੈ। ਚੋਪਈ ਦ્વੈਤ ਖੋਏ ਜਿਨ ਏਕ ਪਛਾਨਾ। ਜਿਨ੍ਹਾਂ ਨੇ ਦ્વੈਤ ਦਾ ਤਿਆਗ ਕਰਕੇ ਇੱਕ ਨੂੰ ਪਛਾਣ ਲਿਆ। ਮਿਲੇ ਖੁਦਾਏ ਸੇ ਮਨੁਜ ਸੁਜਾਨਾ। ਦਰਅਸਲ ਉਹੀ ਖੁਦਾ ਨੂੰ ਮਿਲੇ ਹੁੰਦੇ ਨੇ, ਉਹੀ ਸੁਜਾਨ ਪੁਰਸ਼ ਹੁੰਦੇ ਨੇ ਜਿਹੜੇ ਦ્વੈਤ ਦਾ ਤਿਆਗ ਕਰਕੇ ਇੱਕ ਨੂੰ ਜਾਣਦੇ ਹਨ। ਮੈਂ ਕੂ ਕਿੰਨੋ ਵੰਜ ਉਠਾਉ। ਚੱਲ ਮੈਨੂੰ ਵੀ ਕਿੰਨੋਂ ਲੈ ਚੱਲ ਉੱਥੇ, ਚੱਲ ਆਪਾਂ ਵੀ ਵੰਝੀਏ ਉੱਥੇ, ਚੱਲੀਏ ਉੱਥੇ ਜਾਈਏ। ਤੈਂ ਦੀਦਾਰ ਕਰ ਉਰ ਸੁਖ ਪਾਉ। ਲੈ ਵੰਝ ਮੈਨੂੰ, ਆਪਾਂ ਕਹਿੰਦੇ ਆ ਲੈ ਚੱਲ, ਉਹ ਕਹਿੰਦਾ ਜੀ ਮੈਨੂੰ ਲੈ ਵੰਝ ਉੱਥੇ, ਮੈਨੂੰ ਨਾਲ ਲੈ ਚੱਲ, ਮੈਨੂੰ ਵੀ ਉਹਨਾਂ ਦੇ ਦੀਦਾਰ ਕਰਵਾ ਜਿਨ੍ਹਾਂ ਦੇ ਦਰਸ਼ਨ ਤੈਂ ਕੀਤੇ ਹਨ। ਕਰ ਮੁਰੀਦ ਆਗੇ ਤੈਂ ਕਾਲਾ। ਇਹਨੇ ਆਪਣੇ ਮੁਰੀਦ ਨੂੰ ਅੱਗੇ ਟੋਰਿਆ ਵੀ ਰਸਤਾ ਦੱਸੇ ਵੀ ਕਿੱਥੇ ਬੈਠੇ ਨੇ ਸਤਿਗੁਰੂ। ਆਪੇ ਪੀਰ ਚੱਲਣ ਲੱਗਾ ਪਿੱਛੇ। ਚੜਿਓ ਪੀਰ ਸੇਵਕਾ ਪਰ ਚਾਲਾ। ਆਪ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਪਾਲਕੀ 'ਚ ਸਵਾਰ ਹੋਏ ਹਨ। ਸ਼੍ਰੀ ਗੁਰ ਨਦਰ ਪਰੇ ਤੈਂ ਜਬਈ। ਇਹਨਾਂ ਦਾ ਚੇਲਾ ਅੱਗੇ ਟੁਰਿਆ ਜਾਂਦਾ, ਆਪ ਪਾਲਕੀ 'ਚ ਬੈਠੇ ਪਿੱਛੇ ਆਉਂਦੇ ਐ। ਪਾਲਕੀ ਵਿੱਚੋਂ ਹੀ ਦੂਰੋਂ ਸਤਿਗੁਰੂ ਜੀ ਬੈਠੇ ਨਜ਼ਰ ਆਏ। ਉਤਰ ਚਲਿਓ ਪੈਰਨ ਸੋ ਤਬਈ। ਇਹ ਸ਼ੇਖ ਬ੍ਰਹਮ ਜਾਣਦਾ ਸੀ ਕਿਸੇ ਦਰਵੇਸ਼ ਦਾ ਸਤਿਕਾਰ ਕਿਵੇਂ ਕਰੀਦਾ ਹੈ। ਜਦੋਂ ਦੂਰੋਂ ਸਤਿਗੁਰਾਂ ਨੂੰ ਬੈਠਿਆਂ ਵੇਖ ਲਿਆ, ਇਹ ਪਾਲਕੀ 'ਚੋਂ ਥੱਲੇ ਉਤਰ ਗਿਆ ਔਰ ਪੈਦਲ ਚੱਲ ਕੇ, ਪੈਦਲ ਟੁਰ ਕੇ ਸਤਿਗੁਰਾਂ ਦੇ ਪਾਸ ਆਇਆ। ਆਏ ਸਲਾਮ ਅਲੈਕਮ ਕਰਕੇ। ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਲਾਮ ਕੀਤੀ। ਇਹਨੇ ਪਾਲਕੀ ਆਪਣੀ ਦੂਰੋਂ ਹੀ ਛੱਡ ਦਿੱਤੀ ਔਰ ਪੈਦਲ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਆ ਕੇ ਗੁਰਦੇਵ ਨੂੰ ਵਾਲੇਕੁਮ ਵਾਲੇਕੁਮ ਸਲਾਮ ਕਿਹਾ। ਬੈਠਿਓ ਨਿਕਟ ਭਾਉ ਉਰ ਧਰ ਕੇ। ਔਰ ਬੜਾ ਪ੍ਰੇਮ ਆਪਣੇ ਹਿਰਦੇ 'ਚ ਧਾਰਨ ਕਰਕੇ ਸ਼ੇਖ ਬ੍ਰਹਮ ਜੀ ਬੈਠ ਗਏ। ਪੂਜਨ ਲਾਗਿਓ ਦਿਓ ਬਤਾਈ। ਹੱਥ ਜੋੜ ਕੇ ਪੁੱਛਣ ਲੱਗਾ, ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸੋ ਆਗੇ ਕੈਸੋ ਹਾਲ ਬਿਹਾਈ। ਕਿ ਅੱਗੇ ਇਸ ਜੀਵ ਦਾ ਕੀ ਹਾਲ ਹੋਵੇਗਾ, ਅੱਗੇ ਕੀ ਹਵਾਲ ਹੋਵੇਗਾ। ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ। ਦੋਹਰਾ ਗੁਰੂ ਪਨੇ ਦਰਗਾਹ ਮੈਂ ਸਾਚੇ ਪਾਵੇਂ ਮਾਨ। ਸਤਿਗੁਰੂ ਜੀ ਕਹਿਣ ਲੱਗੇ, ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਸੁਣੋ, ਅੱਗੇ ਨਿਰੰਕਾਰ ਦੀ ਦਰਗਾਹ ਵਿੱਚ ਜਿਹੜੇ ਸੱਚੇ ਨੇ ਉਹ ਮਾਣ ਪਾਉਣਗੇ, ਉੱਥੇ ਸਚਿਆਰਾਂ ਨੂੰ ਮਾਣ ਮਿਲੇਗਾ। ਖੋਟੇ ਨਿਰੰਕਾਰ ਦੀ ਦਰਗਾਹ ਵਿੱਚੋਂ ਸੁੱਟ ਦਿੱਤੇ ਜਾਣਗੇ ਜਨਮ ਮਰਨ ਦੇ ਚੱਕਰਾਂ ਵਿੱਚ। ਜਿਹੜੇ ਸੱਚੇ ਨੇ, ਸੱਚਿਆਂ ਨੂੰ ਉੱਥੇ ਮਾਣ ਪ੍ਰਾਪਤ ਹੋਵੇਗਾ। ਕੂੜੀ ਕੂੜੇ ਵੇਖ ਕੀ ਤਿੰਨ ਕੋ ਤੈਨੇ ਥਾਨ। ਜਿਹੜੇ ਝੂਠੇ ਨੇ ਔਰ ਜਿਨ੍ਹਾਂ ਨੇ ਭੇਖ ਝੂਠੇ ਧਾਰਨ ਕੀਤੇ ਹੋਏ ਨੇ, ਉਹਨਾਂ ਨੂੰ ਨਿਰੰਕਾਰ ਦੀ ਦਰਗਾਹ 'ਚ ਥਾਂ ਨਹੀਂ ਮਿਲਣੀ। ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਥਾਂ ਨਹੀਂ ਪਾਉਣਗੇ। ਜੋ ਪਈ ਜਨਮਤ ਮਰਤ ਪਵੇ 84। ਇਹੋ ਜਿਹੇ ਜਿਹੜੇ ਝੂਠੇ ਭੇਖ ਧਾਰਨ ਕਰਨ ਵਾਲੇ ਭੇਖੀ ਨੇ, ਉਹ ਸੰਸਾਰ ਵਿੱਚ ਜੰਮਦੇ ਮਰਦੇ ਰਹਿਣਗੇ ਔਰ 84 ਲੱਖ ਜੂਨੀਆਂ ਦੇ ਗੇੜੇ ਵਿੱਚ ਭਟਕਣਗੇ। ਸਦਾ ਰਹਿਤ ਤਿੰਨ ਘਰ ਜਮ ਫਾਸੀ। ਔਰ ਉਹਨਾਂ ਦੇ ਗਲ 'ਚ ਹਮੇਸ਼ਾ
ਜੰਮਾਂ ਦੀਆਂ ਫਾਈਆਂ ਪਈਆਂ ਰਹਿੰਦੀਆਂ ਹਨ। ਸਨਮੁਖ ਬੈਠੇ ਸ਼੍ਰੀ ਗੁਣ ਖਾਨੀ। ਸਤਿਗੁਰੂ ਜੀ ਮਹਾਰਾਜ ਜੀ ਦੇ ਪਾਤਸ਼ਾਹ ਸ਼ੇਖ ਬ੍ਰਹਮ ਜੀ ਦੇ ਬਿਲਕੁਲ ਸਾਹਮਣੇ ਬੈਠੇ ਹੋਏ ਸਨ। ਪੀਰ ਹਿਰਦੇ ਕੀ ਸਭ ਵਿਦ ਜਾਨੀ। ਜਾਣੀ ਜਾਣ ਗਏ ਵੀ ਸ਼ੇਖ ਬ੍ਰਹਮ ਕੀ ਸੋਚਦਾ ਮਨ 'ਚ। ਅੰਤਰਯਾਮੀ ਨੇ ਪਾਤਸ਼ਾਹ ਸ਼ੇਖ ਬ੍ਰਹਮ ਜੀ ਦੇ ਮਨ ਦੀ ਜਾਣ ਗਏ। ਕਾਬੇ ਦਿਸ਼ਾ ਹੁਤੋ ਤੈ ਬਦਨਾ। ਕਿਉਂਕਿ ਸ਼ੇਖ ਬ੍ਰਹਮ ਜੀ ਜਦੋਂ ਬੈਠੇ ਸੀ ਇਹਨਾਂ ਦਾ ਮੂੰਹ ਮੱਕੇ ਵਾਲੇ ਪਾਸੇ ਸੀ। ਇਹਨਾਂ ਨੇ ਕਾਬੇ ਵੱਲ ਮੱਕੇ ਵੱਲ ਮੂੰਹ ਕੀਤਾ ਤੇ ਉਸ ਪਾਸੇ ਪਿੱਠ ਕਰਕੇ ਨਹੀਂ ਸਨ ਬਹਿੰਦੇ। ਇਹਨਾਂ ਨੇ ਉਸ ਪਾਸੇ ਮੁਖ ਕੀਤਾ ਹੋਇਆ ਜਿੱਧਰ ਕਾਬਾ ਹੈ, ਮੱਕਾ ਹੈ। ਪ੍ਰਾਚੀ ਦਿਸ਼ ਮੁਖ ਸ਼੍ਰੀ ਸੁਖ ਸਦਨਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਚੜ੍ਹਦੇ ਵਾਲੇ ਪਾਸੇ ਮੁਖ ਸੀ ਗੁਰੂ ਨਾਨਕ ਸਾਹਿਬ ਦਾ। ਇਹ ਲਹਿੰਦੇ ਵਾਲੇ ਪਾਸੇ ਮੁਖ ਕਰਕੇ ਬੈਠਾ। ਸ਼ੁਭ ਉਪਦੇਸ਼ ਦੇਨ ਤੈ ਤਾਈ। ਸ਼ੇਖ ਬ੍ਰਹਮ ਨੂੰ ਸ਼ੁਭ ਉਪਦੇਸ਼ ਦੇਣ ਵਾਸਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ। ਬਚਨ ਬਖਾਨੇ ਪੁਨ ਜਗ ਸਾਈ। ਸਾਰੇ ਜਗਤ ਦੇ ਸਾਈਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ, ਬੋਲੇ। ਜਾਣਿਓ ਕਾਬੇ ਵਿੱਚ ਖੁਦਾਏ। ਮਹਾਰਾਜ ਜੀ ਕਹਿਣ ਲੱਗੇ ਸ਼ੇਖ ਬ੍ਰਹਮ ਤੁਸਾਂ ਨੇ ਇਹ ਜਾਣਿਆ ਕਿ ਖੁਦਾ ਜਿਹੜਾ ਉਹ ਮੱਕੇ ਵਿੱਚ ਕਾਬੇ ਵਿੱਚ ਰਹਿੰਦਾ ਹੈ, ਕਿ ਖੁਦਾ ਕਾਬੇ ਦੇ ਵਿੱਚ ਨਿਵਾਸ ਰੱਖਦਾ। ਤੁਮ ਜਾਣਤ ਹੋ ਔਰ ਨ ਜਾਏ। ਤੁਸੀਂ ਇਹ ਜਾਣਦੇ ਹੋ ਵੀ ਖੁਦਾ ਕੇਵਲ ਉੱਥੇ ਹੀ ਰਹਿੰਦਾ, ਕੋਈ ਹੋਰ ਜਗ੍ਹਾ ਨਹੀਂ ਜਿੱਥੇ ਉਹ ਰਹਿੰਦਾ ਹੋਵੇ। ਸ਼ੇਖ ਬ੍ਰਹਮ ਇਹੀ ਜਾਣਦਾ ਨਾ ਤੂੰ। ਤੁਸੀਂ ਇਹ ਜਾਣਦੇ ਹੋ ਕਿ ਉਹ ਖੁਦਾ ਕੇਵਲ ਕਾਬੇ ਵਿੱਚ ਰਹਿੰਦਾ ਹੈ, ਹੋਰ ਕੋਈ ਜਗ੍ਹਾ ਵਿੱਚ ਨਹੀਂ। ਇਸ ਪ੍ਰਕਾਰ ਤੁਮ ਖੋਜਤ ਤਾਈ। ਤੁਸੀਂ ਇਉਂ ਬਿਰਤੀ ਧਾਰਨ ਕਰਕੇ ਉਸ ਖੁਦਾ ਨੂੰ ਖੋਜਦੇ ਹੋ, ਲੱਭਦੇ ਹੋ। ਜਿਉ ਕੋ ਵਸਤ ਹੋਏ ਜਲ ਮਾਈ। ਮਹਾਰਾਜ ਜੀ ਕਹਿੰਦੇ ਇਉਂ ਲੱਭਦੇ ਹੋ ਜਿਵੇਂ ਕੋਈ ਵਸਤੂ ਪਾਣੀ ਵਿੱਚ ਡਿੱਗੀ ਹੋਵੇ। ਇਉ ਨੈ ਪਾਏ ਸਕੋਗੇ ਕਬਈ। ਕਹਿੰਦੇ ਇਉਂ ਨਹੀਂ ਜੇ ਤੁਸੀਂ ਪ੍ਰਾਪਤ ਕਰ ਸਕੋਗੇ ਕਦੇ ਵੀ ਖੁਦਾ ਨੂੰ। ਕੋਟ ਜਨਮ ਤਰ ਖੋਜੋ ਜਬਈ। ਕਹਿੰਦੇ ਭਾਵੇਂ ਕਰੋੜਾਂ ਜਨਮ ਧਾਰਨ ਕਰਕੇ ਖੋਜੀ ਜਾਓ, ਜੇ ਇੱਕੋ ਦਿਸ਼ਾ 'ਚ ਲੱਭੋਗੇ ਨਾ ਤੇ ਜਿਵੇਂ ਕੋਈ ਪਾਣੀ 'ਚ ਕੋਈ ਡਿੱਗੇ ਪਏ ਚੀਜ਼ ਡੂੰਘੇ ਪਾਣੀ 'ਚ ਤੇ ਨਹੀਂ ਨਾ ਲੱਭਦੀ। ਕਰੋੜਾਂ ਜਨਮ ਲਾ ਲਓ ਤੁਹਾਨੂੰ ਨਹੀਂ ਲੱਭਣਾ ਖੁਦਾ, ਜੇ ਇੱਕੋ ਦਿਸ਼ਾ ਵਿੱਚ ਹੀ ਉਹਨੂੰ ਮੰਨੋਗੇ। ਪਾਤਸ਼ਾਹ ਕਹਿੰਦੇ ਉਹ ਸਰਬ ਦਿਸ਼ਾਵਾਂ ਵਿੱਚ ਸਰਬ ਥਾਵਾਂ ਤੇ ਰਹਿੰਦਾ ਹੈ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲਹਿ ਮੁਕਾਮਾ। ਕੁਝ ਕਹਿੰਦੇ ਰੱਬ ਦੱਖਣ ਵਿੱਚ ਰਹਿੰਦਾ, ਕੁਝ ਕਹਿੰਦੇ ਆ ਰੱਬ ਦਾ ਮੁਕਾਮ ਪੱਛਮ ਵਿੱਚ ਹੈ। ਪਾਤਸ਼ਾਹ ਕਹਿੰਦੇ ਭਾਈ ਇਹ ਕੂਰ ਕਿਰਿਆ। ਕਲਗੀਧਰ ਸਵਾਮੀ ਜੀ ਲਿਖਦੇ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਿਵਾਇਓ। ਕੋਉ ਬਤਾਨ ਕੋ ਪੂਜਤ ਹੈ ਪਸ, ਕੋਉ ਮਰਤਾਨ ਕੋ ਪੂਜਨ ਧਾਇਓ। ਕੂਰ ਕਰਿਆ ਔਰ ਜੋ ਸਭ ਹੀ ਜਗ, ਤੇ ਭਗਵਾਨ ਕੋ ਭੇਦ ਨਾ ਪਾਇਓ। ਪਾਤਸ਼ਾਹ ਕਹਿੰਦੇ ਦਿਸ਼ਾਵਾਂ 'ਚ ਮੰਨੋਗੇ, ਜੇ ਦਿਸ਼ਾਵਾਂ 'ਚ ਰੱਬ ਨੂੰ ਲੱਭੋਗੇ ਤੇ ਕਰੋੜਾਂ ਜਨਮ ਧਾਰਨ ਕਰ ਲੋ, ਉਸ ਖੁਦਾ ਨੂੰ ਨਹੀਂ ਪ੍ਰਾਪਤ ਕਰ ਸਕੋਗੇ। ਪੀਰ ਕਹੇ ਸੁਨ ਨਾਨਕ ਤਪਾ। ਜਦੋਂ ਸਤਿਗੁਰਾਂ ਨੇ ਬਚਨ ਕਹੇ ਤੇ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਬੋਲੇ, ਕਹਿਣ ਲੱਗੇ ਹੇ ਨਾਨਕ ਤਪਾ ਜੀ। ਤੁਰਕ ਦੀਨ ਕੋ ਕਾਬਾ ਥਪਾ। ਕਹਿਣ ਲੱਗੇ ਜੀ ਜਿਹੜਾ ਸਾਡਾ ਧਰਮ ਹੈ, ਮਜ਼ਹਬ ਹੈ ਇਸਲਾਮ ਤੁਰਕਾਂ ਦਾ, ਸਾਡੇ ਲਈ ਤਾਂ ਅਸੀਂ ਕਾਬਾ ਹੀ ਥੱਪਿਆ ਹੋਇਆ ਵੀ ਉੱਥੇ ਹੀ ਖੁਦਾ ਵਸਦਾ। ਤਾਈ ਮੈਂ ਸ਼ਰਧਾ ਤਰ ਪੂਰੀ। ਔਰ ਅਸੀਂ ਉਸੇ ਤੇ ਪੂਰਨ ਸ਼ਰਧਾ ਆਪਣੇ ਹਿਰਦੇ 'ਚ ਧਾਰਨ ਕਰਦੇ ਹਾਂ। ਮੈਂ ਖੁਦਾਏ ਕੋ ਪਾਉ ਹਦੂਰੀ। ਕਹਿੰਦੇ ਖੁਦਾ ਨੂੰ ਉੱਥੇ ਹੀ ਅਸੀਂ ਹਾਜ਼ਰ ਕਰਕੇ ਵੇਖਦੇ ਹਾਂ। ਗੁਰੂ ਪਨੇ ਜੇ ਅਸਮਨ ਜਾਨੋ। ਪਾਤਸ਼ਾਹ ਕਹਿਣ ਲੱਗੇ ਪੀਰ ਜੀ ਜੇ ਤੁਸੀਂ ਇਉਂ ਆਪਣੇ ਮਨ 'ਚ ਜਾਣਦੇ ਹੋ ਵੀ ਖੁਦਾ ਕੇਵਲ ਉੱਥੇ ਹੀ ਰਹਿੰਦਾ ਹੈ, ਸੋ ਖੁਦਾਏ ਤੇ ਭੁੱਲਵਨ ਮਾਨੋ। ਤੇ ਫਿਰ ਇਹ ਸਮਝ ਲਓ ਵੀ ਤੁਸੀਂ ਖੁਦਾ ਨੂੰ ਜਾਣਿਆ ਨਹੀਂ, ਤੁਸੀਂ ਖੁਦਾ ਨੂੰ ਭੁੱਲੇ ਹੋਏ ਹੋ।
ਤੁਸੀਂ ਖੁਦਾ ਦਾ ਸਵਰੂਪ ਭੁਲਾਇਆ ਹੋਇਆ ਹੈ। ਕਰਕੇ ਬੀਚ ਨ ਆਵੇਂ ਐਸੇ ਇਉਂ ਕੀਤਿਆਂ ਖੁਦਾ ਤੁਹਾਡੇ ਹੱਥ ਨਹੀਂ ਆਉਣਾ, ਖੁਦਾ ਦਾ ਸਵਰੂਪ ਤੁਹਾਨੂੰ ਪ੍ਰਾਪਤ ਨਹੀਂ ਹੋਣਾ। ਹੋਏ ਬੇਅਰਥ ਮਥਨ ਜਲ ਜੈਸੇ ਇਹ ਫਿਰ ਇਉਂ ਹੈ ਜਿਵੇਂ ਪਾਣੀ 'ਚ ਮਧਾਣੀ ਪਾਈ ਆ, ਜਿੰਨੀ ਮਰਜ਼ੀ ਰਿੜਕੀ ਜਾਓ ਵਿੱਚੋਂ ਕੱਖ ਨਹੀਂ ਜੇ ਲੱਭਣਾ, ਕੁਝ ਵੀ ਪ੍ਰਾਪਤ ਨਹੀਂ ਹੋਣਾ। ਕਹੇ ਪੀਰ ਸੁਨ ਨਾਨਕ ਟੈਂਡਾ ਅੱਗੋਂ ਫਿਰ ਪੀਰ ਜੀ ਬੋਲੇ, ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ ਜੀ ਸੁਣੋ। ਬੈਂਤ ਸੁਨਿਓ ਹਰਖਿਓ ਮਨ ਮੈਂਡਾ। ਕਹਿੰਦਾ ਜੀ ਜਦੋਂ ਮੈਂ ਤੁਹਾਡੀ ਬੈਂਤ ਸੁਣੀ ਤੇ ਮੇਰਾ ਮਨ ਬੜਾ ਖੁਸ਼ ਹੋਇਆ। ਤੁਹਾਡੀ ਬੈਂਤ ਸੁਣ ਕੇ, ਤੁਹਾਡੀ ਬਾਣੀ ਸੁਣ ਕੇ ਮੇਰਾ ਮਨ ਖੁਸ਼ ਹੋਇਆ। ਦੋਹਰਾ ਉਰ ਵਿਚਾਰ ਮੈਂ ਤਬ ਕਰਿਓ ਜਿਨੇ ਅਸ ਬੈਂਤ ਬਣਾਏ। ਤੁਹਾਡੀ ਬੈਂਤ ਸੁਣ ਕੇ ਮੈਂ ਆਪਣੇ ਹਿਰਦੇ 'ਚ ਵਿਚਾਰ ਕੀਤੀ ਕਿ ਜਿਨ੍ਹਾਂ ਨੇ ਐਸਾ ਸੁੰਦਰ ਸ਼ਲੋਕ ਬਣਾਇਆ ਹੈ, ਐਸਾ ਸੁੰਦਰ ਸ਼ਲੋਕ ਉਚਾਰਨ ਕੀਤਾ, ਤਿਨ ਕੋ ਦਰਸ਼ਨ ਕੀਜੀਏ ਆਇਓ ਤੁਰਤ ਏ ਥਾਏ। ਕਿ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਇਸ ਕਰਕੇ ਹੈ ਨਾਨਕ ਤਪਾ ਜੀ ਮੈਂ ਛੇਤੀ ਚੱਲ ਕੇ ਤੁਹਾਡੇ ਦਰਸ਼ਨਾਂ ਨੂੰ ਆਇਆ ਹਾਂ। ਚੌਪਈ ਦੋ ਹੱਦਨ ਮੈਂ ਏਕ ਬਤਾਇਓ। ਮਹਾਰਾਜ ਜੀ ਤੁਸੀਂ ਦੋ ਹੱਦਾਂ ਵਿੱਚ ਇੱਕ ਹੀ ਦੱਸਿਆ ਵੀ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ, ਜੋਤ ਸਾਰਿਆਂ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਹੀ ਵਰਤ ਰਹੀ ਹੈ। ਤੁਸੀਂ ਦੋਨਾਂ ਹੱਦਾਂ ਵਿੱਚ ਇੱਕ ਹੀ ਦੱਸਿਆ ਹੈ। ਤਾਂ ਕੋ ਸੇਵਨ ਹੈ ਫੁਰਮਾਇਓ। ਔਰ ਇੱਕ ਦੀ ਸੇਵਾ ਕਰਨ ਦਾ ਹੁਕਮ ਆਪ ਜੀ ਨੇ ਕੀਤਾ ਹੈ। ਤੁਮ ਤੇ ਨਿਸ਼ਾ ਹਮਾਰੀ ਹੋਵੇ। ਮਹਾਰਾਜ ਜੀ ਆਪ ਜੀ ਦੇ ਨਾਲ ਕਹਿਆ ਬਚਨਾਂ ਨਾਲ ਮੇਰੇ ਮਨ ਦੀ ਨਿਸ਼ਾ ਹੋਈ ਹੈ। ਸਭ ਸੰਦੇਹ ਹਿਰਦੇ ਤੇ ਖੋਵੇ। ਮੇਰੇ ਹਿਰਦੇ ਚੋਂ ਸਾਰੇ ਸੰਦੇਹ ਖੋ ਜਾਣ। ਜਿਉਂ ਜਿਉਂ ਬਚਨ ਸੁਨੋ ਨਿਜ ਕਾਨੇ। ਮਹਾਰਾਜ ਜਿਵੇਂ ਜਿਵੇਂ ਮੈਂ ਤੁਹਾਡੇ ਬਚਨ ਸੁਣੀ ਜਾਂਦਾ ਹਾਂ, ਜਿਵੇਂ ਜਿਵੇਂ ਤੁਹਾਡੇ ਬਚਨ ਮੈਂ ਸੁਣ ਰਿਹਾ, ਤਿਉਂ ਤਿਉਂ ਸ਼ਾਂਤ ਹੋਤ ਪ੍ਰਮਾਨੇ। ਤਿਵੇਂ ਤਿਵੇਂ ਮੇਰਾ ਹਿਰਦਾ ਸ਼ਾਂਤ ਹੋ ਰਿਹਾ ਔਰ ਮੇਰੇ ਹਿਰਦੇ ਦੇ ਭਰਮ ਨਸ਼ਟ ਹੋ ਰਹੇ ਨੇ। ਸੀਤ ਉਦਤ ਪਵ ਬਚਨ ਤੁਮਾਰੇ। ਮਹਾਰਾਜ ਤੁਹਾਡੇ ਬਚਨ ਇਸ ਸੰਸਾਰ ਸਮੁੰਦਰ ਤੋਂ ਤਾਰਨੇ ਵਾਸਤੇ ਜਹਾਜ਼ ਵਾਂਗੂ ਹਨ। ਜਿਸ ਤੇ ਦ્વੈਤੇ ਮਿਟਤੇ ਹਮਾਰੇ। ਤੁਹਾਡੇ ਅੰਮ੍ਰਿਤ ਬਚਨਾਂ ਨਾਲ ਸਾਡੇ ਹਿਰਦੇ ਦੀ ਦ્વੈਤ ਮਿਟਦੀ ਹੈ, ਸਾਡੇ ਹਿਰਦੇ ਦੀ ਦ્વੈਸ਼ ਨਿਰਵਿਰਤ ਹੁੰਦੀ ਹੈ। ਬਾਨ ਸਮਾਨ ਅਗਿਆਨ ਨਿਸ਼ਾਨਾ। ਮਹਾਰਾਜ ਤੁਹਾਡੇ ਬਚਨ ਗਿਆਨ ਦੇ ਬਾਣ ਨੇ ਔਰ ਸਾਡਾ ਹਿਰਦਾ ਜਿਹੜਾ ਅਗਿਆਨ ਸਹਿਤ ਹੈ ਉਹ ਨਿਸ਼ਾਨਾ ਹੈ। ਨੀਕੇ ਹਨੇ ਕਰਤ ਸਭ ਹਾਨਾ। ਜਦੋਂ ਆਪ ਜੀ ਆਪਣੇ ਗਿਆਨ ਰੂਪੀ ਬਾਣ ਚਲਾਉਂਦੇ ਹੋ ਤਾਂ ਸਾਡੇ ਹਿਰਦਿਆਂ ਦਾ ਗਿਆਨ ਰੂਪੀ ਨਿਸ਼ਾਨਾ ਵਿੰਨਿਆ ਜਾਂਦਾ ਹੈ ਔਰ ਅਗਿਆਨ ਰੂਪੀ ਨਿਸ਼ਾਨੇ ਦੇ ਵਿੰਨ ਕੇ ਉਹਦੀ ਨਿਰਵਿਰਤੀ ਹੁੰਦੀ ਹੈ। ਬੂਝੋ ਏਕ ਸਵਾਲ ਸੁਕਈਏ। ਮਹਾਰਾਜ ਇੱਕ ਸਵਾਲ ਮੈਂ ਹੋਰ ਆਪ ਜੀ ਪਾਸੋਂ ਪੁੱਛਦਾ ਹਾਂ, ਆਪ ਜੀ ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਓ। ਮੇਰੋ ਪਰਮ ਸਰਬ ਅਬ ਦਈਏ। ਆਪ ਜੀ ਕਿਰਪਾ ਕਰਕੇ ਮੇਰੇ ਭਰਮ ਦੀ ਨਿਰਵਿਰਤੀ ਕਰੋ। ਇਹਨੇ ਭਗਤ ਫਰੀਦ ਜੀ ਦਾ ਸ਼ਲੋਕ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼ੇਖ ਬ੍ਰਹਮ ਫਰੀਦ ਸਾਨੀ ਜੀ ਨੇ ਸ਼ਲੋਕ ਉਚਾਰਿਆ ਜੋ ਭਗਤ ਫਰੀਦ ਜੀ ਨੇ ਗਾਵਿਆ ਹੈ। ਸ਼ਲੋਕ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰਿਓ। ਫਰੀਦ ਜੀ ਕਹਿੰਦੇ ਐ, ਐ ਫਰੀਦਾ ਆਪਣੇ ਸਰੀਰ ਤੇ ਪਾਏ ਹੋਏ ਰੇਸ਼ਮ ਦੇ ਜਿਹੜੇ ਕੱਪੜੇ ਨੇ, ਪਟੋਲਾ ਕਹਿੰਦੇ ਆ ਰੇਸ਼ਮ ਦੇ ਕੱਪੜਿਆਂ ਨੂੰ, ਕਹਿੰਦੇ ਵੀ ਜਿਹੜੇ ਤੈਂ ਆਪਣੇ ਸਰੀਰ ਤੇ ਰੇਸ਼ਮ ਦੇ ਕੱਪੜੇ ਪਾਏ ਨੇ, ਧੱਜ ਕਰੀ, ਧੱਜ ਕਹਿੰਦੇ ਆ ਇਹਨਾਂ ਨੂੰ ਟੋਟੇ ਟੋਟੇ ਕਰਕੇ ਪਾੜ ਕੇ ਸੁੱਟ ਦੇ। ਕੰਬਲੜੀ ਪਹਿਰਿਓ ਔਰ ਸਰੀਰ ਦੇ ਉੱਤੇ ਕੋਈ ਫਟੀ ਪੁਰਾਣੀ ਜੀ ਗੋਦੜੀ, ਨਿੱਘੀ ਜੀ ਕੋਈ ਕੰਬਲੜੀ, ਕੰਬਲੜੀ ਦਾ ਮਤਲਬ ਛੋਟੀ ਜੀ ਕੋਈ ਕੰਬਲੀ ਜੀ ਹੋਵੇ, ਉਹ ਆਪਣੇ ਸਰੀਰ ਤੇ ਧਾਰਨ ਕਰ ਲੈ। ਜਿੰਨੀ ਵੇਸੀ ਸੋ ਮਿਲੈ ਸੋਈ ਵੇਸ ਕਰਿਓ। ਤੇ ਜਿਨ੍ਹਾਂ ਵੇਸਾਂ ਨਾਲ ਜਿਸ ਭੇਖ ਕੀਤਿਆਂ ਰੱਬ ਮਿਲਦਾ ਉਹੀ ਭੇਖ ਬਣਾ ਲੈ, ਉਹੀ ਭੇਸ ਧਾਰਨ ਕਰ ਲੈ ਜਿਸ ਭੇਸ ਦੇ ਕੀਤਿਆਂ ਰੱਬ ਮਿਲਦਾ। ਇਹ ਸ਼ਲੋਕ ਜਿੱਥੇ ਭਗਤ ਜੀ ਨੇ ਉਚਾਰਨ ਕੀਤਾ ਇਹਦੇ 'ਚ ਸਵਾਲ ਹੈ
ਕੀ ਕਿਸੇ ਤਰ੍ਹਾਂ ਦਾ ਭੇਖ ਬਣਾਇਆ ਰੱਬ ਮਿਲਦਾ? ਜੇ ਸਰੀਰ ਦੇ ਉੱਤੇ ਪਾਏ ਹੋਏ ਕੱਪੜੇ ਰੇਸ਼ਮ ਦੇ ਉਹ ਪਾੜ ਕੇ ਟੁਕੜੇ ਟੁਕੜੇ ਕਰਕੇ ਸੁੱਟ ਦਈਏ ਤੇ ਇੱਕ ਖਾਸ ਪ੍ਰਕਾਰ ਦੀ ਕੋਈ ਕੰਬਲੜੀ ਨਿੱਘੀ ਜੀ ਸਰੀਰ ਤੇ ਧਾਰਨ ਕਰ ਲਈਏ ਕਿ ਇਹੋ ਜਿਹਾ ਵੇਸ ਕੀਤਿਆਂ ਰੱਬ ਮਿਲਦਾ? ਤੇ ਗੁਰੂ ਅਮਰਦਾਸ ਸਾਹਿਬ ਨੇ ਇਸ ਸ਼ਲੋਕ ਨਾਲ ਅੱਗੇ ਸ਼ਲੋਕ ਉਚਾਰਿਆ ਮਹੱਲਾ ਤੀਜਾ ਦੇ ਸਰਲੇਖ ਹੇਠਾਂ। ਪਾਤਸ਼ਾਹ ਕਹਿੰਦੇ ਫਰੀਦ ਜੀ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰਿਓ। ਕਹਿਣ ਲੱਗੇ ਕਿਉਂ ਪਾੜਦੇ ਜੇ ਆਪਣੇ ਸਰੀਰ ਦੇ ਉੱਤੇ ਪਾਏ ਰੇਸ਼ਮ ਦੇ ਕੱਪੜਿਆਂ ਨੂੰ ਤੇ ਕਿਉਂ ਪਹਿਨਦੇ ਹੋ ਕੰਬਲੜੀਆਂ? ਰੱਬ ਭੇਸ ਧਾਰਨ ਕੀਤਿਆਂ ਨਹੀਂ ਜੇ ਮਿਲਦਾ। ਰੱਬ ਉਦੋਂ ਮਿਲਦਾ ਜਦੋਂ ਤੁਹਾਡੀ ਨੀਅਤ ਸਿੱਧ ਹੋ ਜਾਏ, ਨੀਅਤ ਰਾਸ ਹੋ ਜਾਏ। ਫਰੀਦ ਜੀ ਦਾ ਇਹ ਸ਼ਲੋਕ ਹੈ। ਸ਼ੇਖ ਬ੍ਰਹਮ ਫਰੀਦ ਸਾਨੀ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਿਹਾ ਜੀ ਇਹ ਸ਼ਲੋਕ ਹੈ ਸਾਡੇ ਮਹਾਂਪੁਰਸ਼ਾਂ ਦਾ ਵੱਡਿਆਂ ਦਾ, ਕਿਉਂਕਿ ਉਸ ਗੱਦੀ ਦੇ ਉੱਤੇ ਬੈਠਾ ਸੀ ਫਰੀਦ ਜੀ ਦੀ। ਕਹਿਣ ਲੱਗਾ ਜੀ ਦੱਸੋ ਹੁਣ ਕਿਹੜਾ ਭੇਸ ਬਣਾਈਏ? ਫਰੀਦ ਜੀ ਤਾਂ ਕਹਿ ਗਏ ਵੀ ਜਿਹੜਾ ਭੇਸ ਕੀਤਿਆਂ ਰੱਬ ਮਿਲਦਾ ਉਹ ਭੇਸ ਧਾਰਨ ਕਰ ਲੋ। ਪਰ ਹੁਣ ਇਹ ਨਹੀਂ ਪਤਾ ਵੀ ਭੇਸ ਕਿਹੜਾ ਜਿਹੜਾ ਧਾਰਨ ਕਰਨਾ। ਸਾਡੇ ਅੰਦਰ ਸਵਾਲ ਹੈ, ਹੇ ਗੁਰੂ ਨਾਨਕ ਸਾਹਿਬ ਤੁਸੀਂ ਸਾਡੇ ਤੇ ਤਰਸ ਕਰਕੇ ਆਏ ਹੋ, ਇਸ ਸਵਾਲ ਦਾ ਜਵਾਬ ਸਾਨੂੰ ਦਿਓ। ਦੋਹਰਾ ਇੱਕ ਖੁਦਾਏ ਜੋ ਤੁਮ ਕਹਿਓ ਕੈਸੇ ਪਾਵੋ ਸੋਏ। ਕਹਿਣ ਲੱਗਾ ਜੀ ਜਿਹੜਾ ਇੱਕ ਖੁਦਾ ਤੁਸਾਂ ਨੇ ਦੱਸਿਆ ਉਹਨੂੰ ਮੈਂ ਪਾਵਾਂ ਕਿਵੇਂ? ਉਸ ਇੱਕ ਖੁਦਾ ਦੇ ਸਰੂਪ ਦੀ ਮੈਂ ਪ੍ਰਾਪਤੀ ਕਿਵੇਂ ਕਰਾਂ? ਪਟ ਉਤਾਰ ਬਨ ਜਾਏ ਹੋ ਮੋਹ ਕੁਟੰਬ ਕੋ ਖੋਏ। ਕੀ ਮੈਂ ਸਰੀਰ ਦੇ ਕੱਪੜੇ ਲਾਹ ਕੇ ਨਗਨ ਹੋ ਕੇ ਪਰਿਵਾਰ ਟੱਬਰ ਡੇਰਾ ਛੱਡ ਕੇ ਜੰਗਲ 'ਚ ਚਲਾ ਜਾ ਕਿ ਮੈਨੂੰ ਰੱਬ ਮਿਲ ਜੂ? ਕਿ ਮੈਨੂੰ ਰੱਬ ਦੇ ਸਰੂਪ ਦੀ ਪ੍ਰਾਪਤੀ ਹੋ ਜਾਏਗੀ? ਏਦਾਂ ਪੁੱਛਦਾ। ਸੋ ਪਈ ਖਿੰਤਾ ਕਮਰੀ ਕੀ ਗਰ ਪਾਵੋ। ਤੇ ਆਪਣੇ ਗਲ ਵਿੱਚ ਕਿਸੇ ਪੁਰਾਣੀ ਜੀ ਕੰਬਲੀ ਦੀ ਖਿੰਥਾ ਝੋਲੀ ਬਣਾ ਕੇ ਪਾ ਲਵਾਂ। ਸੁਤ ਬਨਤਾ ਕੋ ਮੁਖ ਨਾ ਦਿਖਾਓ। ਇਹੋ ਜੇ ਜੰਗਲ 'ਚ ਟੁਰ ਜਾ ਜਿੱਥੇ ਨਾ ਮੈਂ ਪੁੱਤਰਾਂ ਨੂੰ ਮਿਲਾਂ ਨਾ ਘਰ ਵਾਲੀ ਨੂੰ ਮਿਲਾਂ, ਉਹਨਾਂ ਨੂੰ ਸ਼ਕਲ ਵੀ ਨਾ ਵਿਖਾਵਾਂ। ਜਿਸ ਬਿਦ ਪਿਆਰੇ ਕੋ ਹੋਏ ਮੇਲਾ। ਜਿਸ ਪ੍ਰਕਾਰ ਨਾਲ ਮੇਰਾ ਉਸ ਪਿਆਰੇ ਰੱਬ ਨਾਲ ਮੇਲ ਹੋ ਜਾਏ, ਉਸ ਪਰਮੇਸ਼ਰ ਦੇ ਸਰੂਪ ਵਿੱਚ ਮੇਰੀ ਅਭੇਦਤਾ ਹੋ ਜਾਏ। ਸੋਈ ਕਉ ਅਨੰਤ ਕੋ ਪੇਲਾ। ਕੋਈ ਦੱਸੋ ਮੈਂ ਬਾਕੀ ਸਭ ਕੁਝ ਛੱਡਣ ਨੂੰ ਤਿਆਰ ਹਾਂ ਕਿ ਇਹ ਭੇਸ ਬਣਾਇਆ, ਕੰਬਲੜੀ ਧਾਰਨ ਕੀਤਿਆਂ, ਖਿੰਥਾ ਧਾਰਨ ਕੀਤਿਆਂ, ਘਰ ਛੱਡ ਕੇ ਟੁਰ ਗਿਆ ਕਿ ਮੈਨੂੰ ਰੱਬ ਮਿਲ ਜਾਏਗਾ। ਜੇ ਮਿਲਦਾ ਤਾਂ ਹੇ ਗੁਰੂ ਨਾਨਕ ਸਾਹਿਬ ਦੱਸੋ ਮੈਂ ਹੁਣੇ ਸਭ ਕੁਝ ਛੱਡ ਕੇ ਜਾ ਰਿਹਾ। ਕਿਸ ਬਿਦ ਕਰੋ ਸੇਵ ਮੈਂ ਤਾਂ ਕੀ। ਦੱਸੋ ਮੈਂ ਉਹਦੀ ਸੇਵਾ ਕਿਵੇਂ ਕਰਾਂ ਜਿਹੜਾ ਇੱਕ ਸਾਹਿਬ ਤੁਸੀਂ ਦੱਸਿਆ ਹੈ ਵੀ ਉਸ ਇੱਕ ਸਾਹਿਬ ਨੂੰ ਸੇਵੀਏ। ਤਾਂ ਮਹਾਰਾਜ ਕਿਰਪਾ ਕਰਕੇ ਦੱਸੋ ਉਸ ਇੱਕ ਨੂੰ ਮੈਂ ਕਿਵੇਂ ਸੇਵਾ। ਜਿਸ ਤੇ ਛੂਟੇ ਜਮ ਕੀ ਬਾਕੀ। ਜਿਹਦੇ ਕੀਤਿਆਂ, ਜਿਸ ਦੇ ਸੇਵਾ ਕੀਤਿਆਂ ਮੇਰੀ ਜੰਮਾਂ ਦੀ ਜਿਹੜੀ ਬਾਕੀ ਰਹਿੰਦੀ ਹੈ ਲੇਖਾ ਜੋਖਾ ਉਹ ਮੁੱਕ ਜਾਏ, ਮੈਂ ਲੇਖੇ ਤੋਂ ਮੁਕਤ ਹੋ ਜਾਵਾਂ। ਬਚਨ ਪੀਰ ਕੇ ਸੁਨ ਸੁਖ ਸਦਨੰਗ। ਸੁੱਖਾਂ ਦੇ ਮਾਲਕ, ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਨੇ ਜਦੋਂ ਪੀਰ ਜੀ ਦੇ ਬਚਨ ਸੁਣੇ, ਹਾਂਜੀ ਕਯੋ ਸ਼ਲੋਕ ਆਪ ਸ਼੍ਰੀ ਬਦਨੰ। ਗਰੀਬ ਨਵਾਜ ਪਾਤਸ਼ਾਹ ਨੇ ਇੱਕ ਪਾਵਨ ਸ਼ਲੋਕ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਇਹ ਪਾਵਨ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮਾਰੂ ਦੀ ਵਾਰ ਦੇ ਵਿੱਚ ਦਰਜ ਹੈ। ਸ਼ਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਫਿਰ ਨਿਤ ਝੂਰੇ ਸੰਭਾਲੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੀਰ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਸੁਣੋ। ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤਾਂ ਇਸ ਜੀਵ ਰੂਪੀ ਇਸਤਰੀ ਦੇ ਘਰ ਦੇ ਵਿੱਚ ਹੀ ਬੈਠਾ। ਘਰ ਹੀ ਮੁੰਧ ਵਿਦੇਸ ਫਿਰ ਨਿਤ ਝੁਰੇ ਸੰਭਾਲੇ। ਕਹਿੰਦੇ ਅਕਾਲ ਪੁਰਖ ਤਾਂ ਜੀਵ ਰੂਪੀ ਇਸਤਰੀ ਦੇ ਹਿਰਦੇ ਰੂਪੀ ਘਰ ਦੇ ਵਿੱਚ ਬੈਠਾ। ਉਹਰੇ ਜੀਵ ਰੂਪੀ ਇਸਤਰੀ ਸਮਝਦੀ ਹੈ ਕਿ ਮੇਰਾ ਉਹ ਪਤੀ ਪਰਮੇਸ਼ਰ ਦੂਰ ਵਿਦੇਸ਼ ਵਿੱਚ ਹੈ।
ਔਰ ਦੂਰ ਜਾਣ ਕੇ ਨਿਤ ਝੁਰਦੀ ਹੈ, ਉਹਨੂੰ ਯਾਦ ਕਰ ਕਰਕੇ ਨਿਤ ਝੋਰੇ ਦੇ ਵਿੱਚ ਝੁਰਦੀ ਰਹਿੰਦੀ ਹੈ। ਔਰ ਕਦੇ ਇਹ ਨਹੀਂ ਵੇਖਦੀ ਵੀ ਇਹਦੇ ਹਿਰਦੇ ਰੂਪੀ ਘਰ ਵਿੱਚ ਹੀ ਉਹ ਪਤੀ ਪਰਮੇਸ਼ਰ ਵਸਦਾ, ਉਹ ਕਿਤੇ ਬਾਹਰ ਨਹੀਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ, ਉਹ ਘਰ ਵਿੱਚ ਹੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਕਹਿੰਦੇ, ਕਾਹੇ ਰੇ ਬਨ ਖੋਜਨ ਜਾਈ, ਕਿੱਧਰ ਤੁਰਿਆ ਫਿਰਦਾ, ਕਿਹੜੇ ਜੰਗਲਾਂ 'ਚ, ਉਹ ਤਾਂ ਤੇਰੇ ਹਿਰਦੇ ਰੂਪੀ ਘਰ ਵਿੱਚ ਹੀ ਵਸਦਾ। ਫਰੀਦ ਜੀ ਮਹਾਰਾਜ ਜੀ ਵੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਆ, ਜੰਗਲ ਕਿਆ ਟੁੰਡੇ। ਤੂੰ ਜੰਗਲਾਂ 'ਚ ਕੀ ਲੱਭਦਾ ਫਿਰਦਾ, ਭਾਲਦਾ ਫਿਰਦਾ, ਰੱਬ ਤਾਂ ਤੇਰੇ ਹਿਰਦੇ ਰੂਪੀ ਘਰ ਵਿੱਚ ਹੈ। ਤੈਂ ਸਮਝਿਆ ਵਿਦੇਸ਼ ਵਿੱਚ ਹੈ, ਦੂਰ ਹੈ, ਔਰ ਨਿਤ ਝੋਰਿਆਂ ਵਿੱਚ ਝੁਰਦੀ ਹੈ, ਉਹਨੂੰ ਚੇਤੇ ਕਰਦੀ ਹੈ। ਮਿਲਦਿਆਂ ਢਿੱਲ ਨਾ ਹੋਵਈ, ਜੇ ਨੀਅਤ ਰਾਸ ਕਰੇ। ਹੇ ਸ਼ੇਖ ਬ੍ਰਹਮ ਫਰੀਦ ਸਾਨੀ, ਉਹ ਰਹਿੰਦਾ ਹਿਰਦੇ ਰੂਪੀ ਘਰ ਵਿੱਚ ਹੀ ਹੈ, ਦੂਰ ਨਹੀਂ। ਉਹਦੇ ਮਿਲਦਿਆਂ ਦੇਰੀ ਨਹੀਂ ਲੱਗਦੀ, ਜੇ ਤੂੰ ਇਹ ਵੇਸ ਬਣਾ ਲਵੇਂ, ਯਾਨੀ ਕਿ ਆਪਣੀ ਨੀਅਤ ਰਾਸ ਕਰ ਲਵੇਂ। ਨੀਅਤ ਕਹਿੰਦੇ ਨਿਜਤ ਦੀਆਂ ਮੁਰਾਦਾਂ ਹੁੰਦੀਆਂ, ਜਿਹੋ ਜੀ ਨੀਅਤ ਹੋਵੇ ਉਦਾਂ ਦੀ ਮੁਰਾਦ। ਇੱਕ ਕਹਾਵਤ ਹੈ, ਕਹਿੰਦੇ ਜਿਹੋ ਜੀ ਨੀਅਤ ਹੁੰਦੀ ਤਿਹੋ ਜਿਹਾ ਚੂੜਾ ਪੜੀਦਾ। ਜਿਹੋ ਜੀ ਕਿਸੇ ਦੀ ਨੀਅਤ ਹੋਵੇ, ਨੀਅਤ ਦੀਆਂ ਮੁਰਾਦਾਂ ਹਾਸਲ ਹੁੰਦੀਆਂ। ਜੇ ਨੀਅਤ ਹੀ ਬਦ ਹੈ, ਜੇ ਨੀਅਤ ਹੀ ਖੋਟੀ ਆ, ਤੇ ਹਿਰਦੇ ਵਿੱਚ ਵਸਦਾ ਰੱਬ ਵੀ ਨਜ਼ਰ ਨਹੀਂ ਆਉਂਦਾ। ਕੋਲ ਹੈ ਪਰ ਨਹੀਂ ਦਿਸਦਾ। ਕਿਸੇ ਨੂੰ ਆਕਾਸ਼ ਵਿੱਚ ਚੰਨ ਨਜ਼ਰ ਨਹੀਂ ਆਉਂਦਾ, ਇਹਦਾ ਮਤਲਬ ਇਹ ਨਹੀਂ ਕਿ ਪੁੰਨਿਆਂ ਨੂੰ ਚੜ੍ਹਿਆ ਚੰਨ ਵੀ ਨਾ ਦਿਸੇ। ਤੇ ਇਹਦੇ ਵਿੱਚ ਚੰਨ ਦਾ ਕੋਈ ਦੋਸ਼ ਨਹੀਂ, ਅੱਖਾਂ ਇਹਦੀਆਂ ਆਪਣੀਆਂ ਕਮਜ਼ੋਰ ਨੇ, ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ। ਕਹਿੰਦੇ ਰਹਿੰਦਾ ਹਿਰਦੇ ਰੂਪੀ ਘਰ ਵਿੱਚ ਹੀ ਹੈ, ਪਰ ਤੂੰ ਉਹਨੂੰ ਬਾਹਰ ਭਾਲਣ ਵਾਸਤੇ ਜਾਣ ਲਈ ਭੇਸ ਧਾਰਨ ਕਰਨ ਨੂੰ ਕਹਿਣਾ, ਤੂੰ ਨੀਅਤ ਹੀ ਰਾਸ ਕਰ ਲੈ, ਬਸ ਆਪਣੀ ਨੀਅਤ। ਜੇ ਤੇਰੀ ਨੀਅਤ ਸਿੱਧ ਹੋਵੇਗੀ, ਜੇ ਤੇਰੀ ਨੀਅਤ ਰਾਸ ਹੋਵੇਗੀ, ਤੇ ਫਿਰ ਉਹਦੇ ਮਿਲਦਿਆਂ ਢਿੱਲ ਨਹੀਂ ਹੋਣੀ। ਬੁੱਲੇ ਨੇ ਆਖਿਆ ਨਾ, ਬੁੱਲਿਆ ਸ਼ੌ ਤੇਰੇ ਤੋਂ ਵੱਖ ਨਹੀਂ, ਪਰ ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ। ਜਿਹੜੀ ਅੱਖ ਦੀ ਗੱਲ ਬੁੱਲੇ ਸ਼ਾਹ ਕਰਦਾ, ਮਹਾਰਾਜ ਗੁਰੂ ਨਾਨਕ ਸਾਹਿਬ ਉਸ ਅੱਖ ਦੀ ਗੱਲ ਕਰਦੇ, ਨੀਅਤ ਰਾਸ, ਭਲੀ ਨੀਅਤ, ਚੰਗੀ ਨੀਅਤ। ਯਾਨੀ ਕਿ ਉਹ ਨਿਗਾਹ ਜਿਸ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਿਆ ਹੋਵੇ, ਜਿਨ੍ਹਾਂ ਨੇਤਰਾਂ ਚੋਂ ਅਗਿਆਨ ਤੇ ਅਵਿਦਿਆ ਦੇ ਪਰਦੇ ਦੀ ਨਿਰਵਿਰਤੀ ਹੋਈ ਹੋਵੇ। ਅਗਿਆਨ ਤੇ ਅਵਿਦਿਆ ਦੇ ਪਰਦੇ ਦੀ ਨਿਰਵਿਰਤੀ ਤੋਂ ਬਾਅਦ ਜਦੋਂ ਨੇਤਰਾਂ ਨਾਲ ਵੇਖੋਗੇ, ਤਾਂ ਫਿਰ ਮਿਲਦਿਆਂ ਢਿੱਲ ਨਹੀਂ ਹੋਣੀ। ਇਹ ਰਾਸ ਨੀਅਤ ਹੈ, ਇਹ ਉਹ ਨੀਅਤ ਰਾਸ ਹੈ ਜਿਹਦੇ ਵਿੱਚ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ ਹੋਇਆ। ਮਹਾਰਾਜ ਜੀ ਕਹਿੰਦੇ, ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਜੇ ਨੀਅਤ ਰਾਸ ਕਰ ਲਵੇ ਤਾਂ ਤੈਨੂੰ ਉਸ ਪ੍ਰਮਾਤਮਾ ਨਾਲ ਮਿਲਦਿਆਂ ਢਿੱਲ ਨਹੀਂ ਲੱਗਣੀ। ਦੋਹਰਾ ਕਹਿ ਕਾਰਨ ਪਟ ਛੋੜਈ, ਕਾਹੇ ਤਜੋ ਆਵਾਸ। ਪਾਤਸ਼ਾਹ ਕਹਿੰਦੇ, ਕਾਹਦੇ ਵਾਸਤੇ ਕੱਪੜੇ ਪਾੜਨੇ ਐ, ਕਾਹਦੇ ਵਾਸਤੇ ਘਰ ਛੱਡਣਾ ਹੈ। ਮਿਲੇ ਆਨ ਕਰਕੇ ਬਿਖੈ, ਹੋਏ ਸਿਦਕ ਜੇ ਰਾਸ। ਉਹ ਘਰ ਆ ਕੇ ਹੀ ਮਿਲ ਜਾਏਗਾ ਜੇ ਤੇਰੇ ਹਿਰਦੇ 'ਚ ਸਿਦਕ ਹੋਵੇ, ਰਾਸ ਸਿਦਕ ਤੂੰ ਧਾਰਨ ਕੀਤਾ ਹੋਵੇ। ਜੋ ਪਈ ਸੁਨੋ ਸ਼ੇਖ, ਔਰਤ ਘਰ ਹੋਏ। ਮਹਾਰਾਜ ਜੀ ਕਹਿੰਦੇ, ਸ਼ੇਖ ਬ੍ਰਹਮ ਸੁਣ, ਜਿਵੇਂ ਕਿਸੇ ਔਰਤ ਦੇ ਘਰ ਵਿੱਚ ਗਇਓ ਵਿਦੇਸ਼ ਕੰਤ ਐ ਜੋਏ। ਉਹ ਹੋਵੇ ਘਰ ਵਿੱਚ ਹੀ, ਤੇ ਇਸਤਰੀ ਇਹ ਸਮਝੇ ਵੀ ਮੇਰਾ ਪਤੀ ਵਿਦੇਸ਼ ਗਿਆ ਹੋਇਆ। ਭੈ ਨਿਤ ਕਰਤ ਕੰਤ ਚਿਤ ਚਾਈ। ਔਰ ਉਹ ਭੈ ਕਰਦੀ ਨਿਤ ਕੰਤ ਨੂੰ ਚਾਹੁੰਦੀ ਹੈ। ਰਾਖੇ ਸਿਦਕ ਜੇ ਡੋਲੇ ਨਾਈ। ਜੇ ਉਹ ਸਿਦਕ ਰੱਖੇ ਆਪਣੇ ਮਨ ਵਿੱਚ ਤੇ ਨਾ ਡੋਲੇ। ਆਨ ਮਿਲੇ ਤੈ ਕੰਤ ਆਵਾਸਾ। ਕਹਿੰਦੇ ਜੇ ਮੰਨ ਲਓ, ਪਾਤਸ਼ਾਹ ਉਦਾਹਰਣ ਦਿੰਦੇ ਆ, ਬੜੇ ਸੋਹਣੇ ਅਰਥ ਕੀਤੇ ਮਹਾਕਵੀ ਜੀ ਨੇ। ਕਹਿੰਦੇ ਮੰਨ ਲਓ ਵੀ ਕਿਸੇ ਇਸਤਰੀ ਦਾ ਪਤੀ ਘਰ ਵਿੱਚ ਨਾ ਹੋਵੇ ਤੇ ਬਾਹਰ ਗਿਆ ਹੋਵੇ। ਘਰ ਵਿੱਚ ਰਹਿੰਦੀ ਇਸਤਰੀ ਆਪਣੇ ਪਤੀ ਦਾ ਭੈ ਰੱਖੇ ਵੀ ਉਹਨੇ ਆਉਣਾ, ਉਹਨੇ ਆਉਣਾ, ਉਹਦੇ ਭੈ ਵਿੱਚ ਰਵੇ।
ਉਹਦੇ ਡਰ ਵਿੱਚ ਪੂਰਾ ਸਿਦਕ ਰੱਖ ਕੇ ਆਪਣੇ ਕਰੈਕਟਰ ਨੂੰ ਉੱਚਾ ਸੁੱਚਾ ਰੱਖੇ ਤੇ ਕਹਿੰਦੇ ਫਿਰ ਕੁਝ ਸਮੇਂ ਬਾਅਦ ਉਹਦਾ ਪਤੀ ਆ ਕੇ ਉਹਨੂੰ ਮਿਲਦਾ ਹੈ। ਇਉਂ ਕਹਿੰਦੇ ਜਿਹੜੇ ਜੀਵ ਇਹ ਆਪਣੇ ਹਿਰਦੇ 'ਚ ਭੈ ਰੱਖ ਕੇ ਪਰਮੇਸ਼ਰ ਦਾ ਨੀਅਤ ਰਾਸ ਕਰਨ, ਉਹਦੇ ਪ੍ਰਤੀ ਸਿਦਕ ਰੱਖਣ ਕਿ ਮੇਰਾ ਉਹ ਪ੍ਰਭੂ ਆਵੇਗਾ ਆਵੇਗਾ, ਉਡੀਨੀ 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 ਕਬ ਘਰ ਆਵੇ ਰੀ, ਤੇ ਕਹਿੰਦੇ ਫਿਰ ਇੱਕ ਦਿਨ ਐਸਾ ਆਵੇਗਾ ਪੀਰ ਜੀ ਕਿ ਉਹ ਖੁਦਾ ਉਹ ਪਤੀ ਪਰਮੇਸ਼ਵਰ ਹਿਰਦੇ ਰੂਪੀ ਘਰ ਵਿੱਚ ਆ ਕੇ ਇਸ ਜੀਵ ਰੂਪੀ ਇਸਤਰੀ ਨੂੰ ਆਪਣੇ ਕੰਠ ਨਾਲ ਲਾਵੇਗਾ। ਆਪੇ ਮੇਲ ਲਏ ਸੁਖ ਦਾਤਾ, ਆਪ ਮਿਲਿਆ ਘਰ ਆਏ। ਕਹਿੰਦੇ ਸੁੱਖਾਂ ਦਾ ਦਾਤਾ ਆਪ ਮਿਲਦਾ ਘਰ ਆ ਕੇ। ਨਾਨਕ ਕਾਮਣ ਸਦਾ ਸੁਹਾਗਣ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸੁਹਾਗਣਾ ਫਿਰ ਸਦਾ ਹੀ ਜਗਿਆਸੂ ਜੀਵ ਰੂਪੀ ਇਸਤਰੀਆਂ ਸਦਾ ਹੀ ਸੁਹਾਗਣ ਹੁੰਦੀਆਂ। ਨਾ ਫਿਰ ਮਰੇ ਨਾ ਜਾਏ, ਐਸਾ ਫਿਰ ਪਤੀ ਉਹਨਾਂ ਨੂੰ ਮਿਲ ਜਾਂਦਾ ਜਿਹੜਾ ਨਾ ਮਰਦਾ ਤੇ ਨਾ ਜੰਮਦਾ ਹੈ। ਪ੍ਰੀਤ ਕਰਤ ਨਿਤ ਰਹਿ ਪਾਸਾ, ਕਹਿੰਦੇ ਫਿਰ ਉਹ ਇਸਤਰੀ ਆਪਣੇ ਪਤੀ ਨਾਲ ਪ੍ਰੀਤ ਕਰਦੀ ਹੈ ਤੇ ਉਹਦਾ ਪਤੀ ਨਿਤ ਉਹਦੇ ਕੋਲ ਰਹਿੰਦਾ। ਜੇ ਔਰਤ ਹੋਵੇ ਬਦਰਾਹ, ਤੇ ਜੇ ਔਰਤ ਹੋ ਜੇ ਬਦਰਾਹ, ਉਹ ਆਖੇ ਵੀ ਮੇਰਾ ਕਿਹੜਾ ਪਤੀ ਸਿਰ ਤੇ ਬੈਠਾ ਘਰ ਹੈ, ਉਹ ਇਹ ਸਮਝੇ ਬੜੀ ਦੂਰ ਗਿਆ ਹੋਇਆ ਤੇ ਬਦ ਚਲਨ ਹੋ ਜਾਏ। ਕਾਫਲ ਪਈ ਅਵਰ ਚਿਤ ਚਾਹ, ਕਾਫਲ ਹੋ ਜਾਏ ਹੋਰਨਾਂ ਪ੍ਰਤੀ ਰੱਤ ਰੱਖ ਲਵੇ ਹਿਰਦੇ 'ਚ, ਆਖੇ ਕਿਹੜਾ ਰੱਬ ਪਿਆ ਵੇਖਦਾ, ਰੱਬ ਤਾਂ ਬੜੀ ਦੂਰ ਹੈ। ਏਦਾਂ ਜੇ ਮਨਮੁਖਾਂ ਵਾਲੋਂ ਜੀਵਨ ਬਤੀਤ ਕਰੇ, ਕੋ ਕੰਤ ਭੁਲਾਵੇ ਮਨ ਤੇ, ਉਹਨੂੰ ਰੱਬ ਵੀ ਆਪਣੇ ਹਿਰਦੇ 'ਚੋਂ ਭੁਲਾ ਦਿੰਦਾ ਵੀ ਇਹ ਤਾਂ ਬਦ ਰਾਹਾਂ ਤੇ ਚੱਲਣ ਵਾਲੀ ਹੈ, ਇਹਦੇ ਨਾਲ ਹੁਣ ਕੀ ਮੇਲ ਕਰਨਾ ਹੋਇਆ। ਉਹਨੂੰ ਰੱਬ ਵੀ ਆਪਣੇ ਹਿਰਦਿਓਂ ਭੁਲਾ ਦਿੰਦਾ ਹੈ। ਦੁਖੀ ਦੁਆਗਣ ਫਿਰੇ ਜੁਆਨ ਤੇ, ਉਹ ਦੁਖੀ ਤੇ ਦੁਆਗਣ ਹੋ ਕੇ ਥਾਵਾਂ ਥਾਵਾਂ ਤੇ ਫਿਰਦੀਆਂ ਨੇ, ਭਟਕਦੀਆਂ ਨੇ ਜਨਮ ਮਰਨ ਦੇ ਚੱਕਰਾਂ 'ਚ। ਸੁਨ ਅਸ ਬਚਨ ਸ਼ੇਖ ਸੁਖ ਪਾਏ, ਮਹਾਰਾਜ ਜੀ ਦੇ ਬਚਨ ਸੁਣ ਕੇ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਨੂੰ ਬੜਾ ਸੁਖ ਪ੍ਰਾਪਤ ਹੋਇਆ। ਬੂਜੀ ਬੋਰੋ ਖਬਰ ਖੁਦਾਏ, ਫਿਰ ਰੱਬ ਦੇ ਘਰ ਦੀ ਖਬਰ ਪੁੱਛਦੇ ਆ। ਹੋਰ ਸ਼ਲੋਕ ਉਚਾਰਦੇ ਮਹਾਰਾਜ ਭਗਤ ਫਰੀਦ ਜੀ ਦਾ, ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਈ ਆਸ, ਧਨ ਕੋ ਕਹਿੰਦੀ ਗੋਰ ਮੈਂ ਤੈ ਸਹਿ ਨਾ ਮਿਲਿਆਸ। ਇਹ ਸ਼ਲੋਕ ਉਚਾਰ ਕੇ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ, ਜਿਹਦੇ ਬਾਬਤ ਮਹਾਰਾਜ ਜਵਾਬ ਦਿੰਦੇ ਨੇ। ਮਹਿਲ ਕੁਚੱਜੀ ਮੜਵੜੀ ਕਾਲੀ ਮਨੋਂ ਕਸੁੱਧ, ਜੇ ਗੁਣ ਹੋਵਨ ਤਾਂ ਫਿਰ ਰਵੈ, ਨਾਨਕ ਅਵਗੁਣ ਮੁੰਦ। ਇਹ ਜਵਾਬ ਦੇ ਕੇ ਮਹਾਰਾਜ ਜੀ ਸ਼ੇਖ ਬ੍ਰਹਮ ਨੂੰ ਕਿਰਤਾਰਥ ਕਰਦੇ ਨੇ। ਅਗਲਿਆਂ ਪ੍ਰਸੰਗਾਂ ਵਿੱਚ ਇਹ ਪਾਵਨ ਕਥਾ ਆਪ ਜੀ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨਿਆ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।